जाता है, तो मेरा हमारी व्यवस्था। मेरा फैटी लिवर है इस टाइम, जी जी ठीक करो, ठीक है। आपने ये कहा फैटी लिवर की बात कर रहे हैं, आप अपने थायराइड की बात कर रहे हैं, उसके लिए हमें परमेश्वर, आपको लगता है कि उसके लिए परमेश्वर को तंग करने की जरूरत है? पहली बात। दूसरी बात ये है, स्विफ्ट लैन वास्ते परमेश्वर नु तंग मैं करना आपकी वही बात, दूसरी बात पे आ रहा हूं। ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਅਸਲਾਮ ਵਾਲੇਕੁਮ, ਨਮਸਕਾਰ। ਸੋ ਅੱਜ ਦੀ ਜਿਹੜੀ ਵੀਡੀਓ ਹੈ ਯਾਰ, ਇਹ ਵੀਡੀਓ ਇੰਪੋਰਟੈਂਟ ਹੈ, ਇਹ ਆਪਣੇ ਪੰਜਾਬ ਦੇ ਲਈ, ਕਿਉਂਕਿ ਤੁਹਾਨੂੰ ਪਤਾ ਹੈ ਕਿ ਪਿਛਲੇ ਕਈ ਸਾਲਾਂ ਤੋਂ ਆਪਣੇ ਪੰਜਾਬ ਦੇ ਵਿੱਚ ਇੱਕ ਬਹੁਤ ਮੁੱਦਾ ਹੈ, ਇੱਕ ਬਹੁਤ ਵੱਡਾ ਜਿਹੜਾ ਉਹ ਭੜਕ ਰਿਹਾ। ਦੇਖੋ ਜੀ, ਫਸਟ ਆਫ ਆਲ ਸੰਵਿਧਾਨ ਦੇ ਅਕੋਰਡਿੰਗ ਕੋਈ ਵੀ ਬੰਦਾ ਕਿਸੇ ਵੀ ਧਰਮ ਨੂੰ ਅਪਣਾ ਸਕਦਾ ਹੈ, ਜਿੱਥੇ ਉਹਨੂੰ ਲੱਗਦਾ ਹੈ ਕਿ ਉਹਦੀ ਸੱਚੀ ਸ਼ਰਧਾ ਹੈ, ਤੇ ਉਹ ਉਸ ਧਰਮ ਦੇ ਵਿੱਚ ਜਾ ਕੇ ਸੱਚੇ ਰੱਬ ਨੂੰ ਪਾ ਸਕਦਾ ਹੈ। ਠੀਕ ਹੈ, ਇਹ ਇੱਕ ਸੰਵਿਧਾਨ ਦੇ ਅਕੋਰਡਿੰਗ ਤੁਹਾਨੂੰ ਆਜ਼ਾਦੀ ਮਿਲਦੀ ਹੈ। ਤੇ ਕ੍ਰਿਸਚੈਨਿਟੀ ਦੇ ਨਾਮ ਦੇ ਉੱਤੇ ਜਿਹੜੇ ਆਪਣੇ ਪੰਜਾਬ ਦੇ ਵਿੱਚ ਕਾਫੀ ਸਾਰੇ ਜਿਹੜੇ ਪਾਸਟਰਸ ਆ ਚੁੱਕੇ ਹੈ, ਤੇ ਉਹ ਆਪਦੇ ਪ੍ਰੋਗਰਾਮਾਂ ਦੇ ਵਿੱਚ ਬੰਦੇ ਦੀਆਂ ਜੋ ਟੁੱਟੀਆਂ ਹੋਈਆਂ ਹੱਡੀਆਂ ਉਹਨਾਂ ਨੂੰ ਜੋੜ ਰਹੇ ਹੈ, ਉਹ ਗੂੰਗੇ ਨੂੰ ਬੋਲਣ ਲਾ ਦਿੰਦੇ ਹੈ, ਲਿਟਰਲੀ ਉਹ ਮਰੇ ਬੰਦੇ ਨੂੰ ਜਿਉਂਦਾ ਕਰ ਰਹੇ ਹੈ। ਹਾਲਾਂਕਿ ਜੋ ਇਹ ਚੀਜ਼ਾਂ ਬਾਈਬਲ ਦੇ ਅਕੋਰਡਿੰਗ, ਇਹ ਜਿੰਨੇ ਵੀ ਲੋਕ ਆ ਚੀਜ਼ਾਂ ਕਰ ਰਹੇ ਹਨ, ਇਹ ਸਾਰੇ ਸ਼ੈਤਾਨ ਨੇ, ਇਹ ਸ਼ੈਤਾਨ ਦੇ ਬੱਚੇ ਆ, ਇਹ ਸਾਰੇ ਜਿੰਨੇ ਵੀ ਇਹ ਲੋਕ ਇਦਾਂ ਦੇ ਕੰਮ ਕਰਦੇ ਹੈ ਅਕੋਰਡਿੰਗ ਟੂ ਦਾ ਬਾਈਬਲ। ਠੀਕ ਹੈ, ਐਂਡ ਦਾ ਸੈਕੰਡ ਥਿੰਗ ਕਿ ਜਿਹੜੇ ਆਪਾਂ ਦੇਖਦੇ ਹਾਂ ਕਿ ਜੋ ਪੋਪ ਨੇ ਕ੍ਰਿਸਚੈਨਿਟੀ ਦੇ ਵਿੱਚ, ਇੱਕ ਸਭ ਤੋਂ ਇੱਕ ਉੱਤਮ ਜਿਹੜਾ ਲੀਡਰ ਹੁੰਦਾ ਨਾ, ਉਹਨੂੰ ਪੋਪ ਕਿਹਾ ਜਾਂਦਾ ਹੈ। ਠੀਕ ਹੈ, ਉਹਨਾਂ ਪੋਪ ਦਾ ਨਾਮ ਹੈਗਾ ਪੋਪ ਫਰਾਂਸਿਸ। ਉਹਨਾਂ ਨੂੰ ਨਾ ਸਾਈਟਿਕ ਹੈ, ਮਤਲਬ ਟੈਂਪਰੇਰਲੀ ਉਹ ਮਤਲਬ ਡਿਸੇਬਲਡ ਕਹਿ ਸਕਦੇ ਹਾਂ ਆਪਾਂ ਨੂੰ, ਪਰਮਾਨੈਂਟਲੀ ਡਿਸੇਬਲ ਨਹੀਂ, ਕਿ ਉਹ ਕੋਈ ਤੁਰ ਫਿਰ ਨਹੀਂ ਸਕਦੇ। ਮਤਲਬ ਬੈਕ ਪੇਨ, ਰੀੜ ਦੀ ਹੱਡੀ 'ਚ ਨਾ ਕੋਈ ਦਿੱਕਤ ਹੁੰਦੀ ਹੈ, ਉਹਨੂੰ ਸਾਇੰਟਿਕ ਪਤਾ ਨਹੀਂ ਇੱਦਾਂ ਦਾ ਕੁਝ ਕਿਹਾ ਜਾਂਦਾ, ਤੇ ਉਹਦੇ ਕਰਕੇ ਉਹ ਚੱਲ ਨਹੀਂ ਸਕਦੇ, ਉਹ ਵੀਲ ਚੇਅਰ 'ਤੇ ਹੈ, ਪਰ ਉਹ ਪ੍ਰੋਬਲਮ ਤਾਂ ਹੈ। ਸੋ ਸਵਾਲ ਇਹ ਖੜਾ ਹੁੰਦਾ ਇੱਥੇ, ਜਿਹੜਾ ਕਿ ਬਹੁਤ ਵੱਡਾ ਸਵਾਲ ਹੈ, ਕਿ ਜੇਕਰ ਇਹ ਚੀਜ਼ਾਂ ਕਿ ਆਪਣੇ ਪੰਜਾਬ ਦੇ ਜਿਹੜੇ ਪਾਸਟਰ ਹੈ, ਉਹ ਆਪਦੇ ਪ੍ਰੋਗਰਾਮਾਂ ਦੇ ਵਿੱਚ ਸਟੇਜਾਂ ਦੇ ਉੱਤੇ ਵੀਲ ਚੇਅਰ ਦੇ ਉੱਤੇ ਬੈਠੇ ਬੰਦੇ ਨੂੰ ਖੜਾ ਕਰ ਰਹੇ ਹੈ ਕਿ ਉਹ ਪੈਰਾਂ 'ਤੇ ਤੁਰ ਸਕਦਾ ਹੈ, ਤਾਂ ਬਈ ਦੇਖੋ, ਪੋਪ ਜਿਹੜੀ ਸਭ ਤੋਂ ਉੱਚੀ ਪਦਵੀ ਹੈ ਇਸ ਧਰਮ ਦੇ ਵਿੱਚ, ਉੱਚੀ ਸ਼ਖਸੀਅਤ ਹੈ, ਜਿਹਨੂੰ ਸਾਰੀ ਕ੍ਰਿਸਚੈਨਿਟੀ ਜੋ ਕਮਿਊਨਿਟੀ ਉਹ ਮੰਨਦੀ ਹੈ, ਤਾਂ ਉਹ ਇਹ ਚੀਜ਼ ਆਪਦੇ 'ਤੇ ਕਿਉਂ ਨਹੀਂ ਲਾਗੂ ਕਰ ਸਕਦੇ? ਠੀਕ ਹੈ। ਦੂਜੀ ਗੱਲ ਕਿ ਉਹਨਾਂ ਵਾਸਤੇ ਸਪੈਸ਼ਲ ਇੱਕ ਰੇਂਜ ਰੋਵਰ ਗੱਡੀ ਹੈ ਜਿਹੜੀ ਉਹਨਾਂ ਵਾਸਤੇ ਡਿਜ਼ਾਈਨ ਕੀਤੀ ਗਈ, ਇੱਕ ਸ਼ਾਇਦ ਮਰਸਡੀਜ਼ ਵੀ ਹੈ, ਜਿਹਦੇ ਵਿੱਚ ਉਹ ਬੈਠ ਕੇ ਮਤਲਬ ਕਿਤੇ ਵੀ ਜੋ ਕਿਤੇ ਤਕਰੀਰਾਂ ਕਰਨੀਆਂ ਜਾਂ ਕਿਸੇ ਨੂੰ ਮਿਲਣਾ ਹੈ, ਮਤਲਬ ਪਬਲਿਕ ਦੇ ਵਿੱਚ, ਉਹ ਆਪਦੀਆਂ ਉਹ ਚੀਜ਼ਾਂ ਕਰਦੇ ਆ। ਸੋ ਉਹਨਾਂ ਨੂੰ ਇੰਨਾ ਤਾਮਝਾਮ ਕਰਨ ਦੀ ਸਿਚੁਏਸ਼ਨ ਕਿਉਂ ਹੈ? ਪੋਪ ਦੀ ਮਤਲਬ ਹਾਲਤ ਲਗਾਤਾਰ ਵਿਗੜ ਰਹੀ ਹੈ ਜਿਵੇਂ ਜਿਵੇਂ ਟਾਈਮ ਜੋ ਸਮਾਂ ਵੱਧ ਰਿਹਾ, ਤਾਂ ਇਹ ਚੀਜ਼ ਉੱਥੇ ਆਪਾਂ ਨੂੰ ਕਿਉਂ ਨਹੀਂ ਦਿਖਦੀ? ਇਹ ਆਪਾਂ ਨੂੰ ਸਿਰਫ ਗਰੀਬ ਪਿਛੜੇ ਹੋਏ ਲੋਕ, ਚਾਹੇ ਉਹ ਇੰਡੀਆ ਦੇ ਹੋਣ, ਚਾਹੇ ਉਹ ਕਿਸੇ ਹੋਰ ਦੇਸ਼ ਦੇ ਹੋਣ, ਮੈਂ ਹੋਰ ਦੇਸ਼ ਇਸ ਕਰਕੇ ਕਹਿ ਰਿਹਾ ਕਿਉਂਕਿ ਤੁਹਾਨੂੰ ਅਫਰੀਕਾ ਦੇ ਕਈ ਸਾਰੇ ਦੇਸ਼ਾਂ ਦੇ ਵਿੱਚ ਵੀ ਇਹ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ, ਆਪਾਂ ਨੂੰ ਨੈੱਟ 'ਤੇ ਵੀਡੀਓਜ਼ ਵਾਇਰਲ ਹੈ। ਹੁਣ ਇੰਟਰਨੈਟ ਤੇ ਪੰਜਾਬੀ ਰੀਲ TV, ਇੰਸਟਾਗ੍ਰਾਮ 'ਤੇ ਮੈਂ ਇੱਦਾਂ ਦੀਆਂ ਵੀਡੀਓਜ਼ ਅਪਲੋਡ ਕਰਦਾ, ਰੀਲਾਂ ਸ਼ਾਰਟ, ਜਿਹਦੇ ਵਿੱਚ ਆਪਾਂ ਪਖੰਡੀਆਂ ਦਾ ਪਰਦਾਫਾਸ਼ ਕਰਦੇ ਹਾਂ ਬਾਏ ਲਿਟਲ ਬਿਟ, ਹਲਕਾ ਫੁਲਕਾ ਰੋਸਟ ਐਂਡ ਕਾਮੇਡੀ। ਠੀਕ ਹੈ, ਪਰ ਉਹ ਜਿਹੜੀਆਂ ਵੀਡੀਓਜ਼ ਆ ਉਹ ਹੈਗੀਆਂ ਵੀ ਮਤਲਬ ਹਾਸੇ ਮਖੌਲ ਵਾਲੀਆਂ, ਪਰ ਮੈਨੂੰ ਲੱਗਾ ਕਿ ਹਾਸੇ ਮਖੌਲ ਦੇ ਨਾਲ ਨਾਲ ਜੋ ਮੈਂ ਮੈਸੇਜ ਦੇਣਾ ਚਾਹੁੰਦਾ ਉਹ ਮੈਂ ਦੇ ਰਿਹਾ, ਪਰ ਇੱਕ ਇਹਦੇ 'ਤੇ ਪ੍ਰੋਪਰ ਜੋ ਡੈਡੀਕੇਟਡ ਵੀਡੀਓ ਵੀ ਹੋਣੀ ਚਾਹੀਦੀ ਹੈ, ਜਿਹਦੇ ਵਿੱਚ ਮੈਂ ਪੂਰਾ ਤੁਹਾਨੂੰ ਇਸ ਬਾਰੇ ਜਿਹੜਾ ਜਾਗਰੂਕ ਕਰ ਸਕਾਂ। ਹੁਣ ਪ੍ਰੋਬਲਮ ਕਿੱਥੇ ਆਉਂਦੀ ਹੈ? ਪ੍ਰੋਬਲਮ ਇੱਥੇ ਆਉਂਦੀ ਹੈ ਕਿ ਜਦੋਂ ਤੁਸੀਂ ਗਰੀਬ ਲੋਕਾਂ ਨੂੰ, ਪਿਛੜੇ ਹੋਏ ਲੋਕਾਂ ਨੂੰ, ਜਿਹੜੇ ਡਾਕਟਰਾਂ ਦੇ ਧੱਕੇ ਖਾ ਕੇ, ਜਿਹੜੇ ਇਸ ਸਮਾਜ ਦੇ ਵਿੱਚ ਜਿਨ੍ਹਾਂ ਨੂੰ ਇਕੁਅਲ ਦਰਜਾ ਨਹੀਂ ਮਿਲਦਾ, ਤੁਸੀਂ ਉਹਨਾਂ ਨੂੰ ਇਕੱਠੇ ਕਰਕੇ ਉਹਨਾਂ ਨੂੰ ਪੈਸੇ ਦੇ ਕੇ ਧਰਮ ਪਰਿਵਰਤਨ ਕਰਵਾਉਂਦੇ ਹੋ। ਠੀਕ ਹੈ, ਹਾਲਾਂਕਿ ਇਹ ਕਹਿੰਦੇ ਕਿ ਅਸੀਂ ਪੈਸੇ ਨਹੀਂ ਦਿੰਦੇ, ਪਰ ਉਹ ਸਾਰਾ ਡਾਟਾ ਜਿਹੜਾ ਮਤਲਬ ਬਾਹਰ ਨਿਕਲ ਕੇ ਆ ਚੁੱਕਿਆ, ਆਉਂਦਾ ਹੀ ਰਹਿੰਦਾ ਹਮੇਸ਼ਾ, ਸਭ ਨੂੰ ਪਤਾ ਹੈ ਕਿ ਕੀ ਕੁਛ ਹੁੰਦਾ। ਸੋ ਇੱਥੇ ਗੱਲ ਕ੍ਰਿਸਚਨ ਧਰਮ ਦੀ ਨਹੀਂ ਹੈ, ਕ੍ਰਿਸਚੈਨਿਟੀ ਦੀ ਨਹੀਂ ਹੈ। ਠੀਕ ਹੈ, ਮੇਰੇ ਦਿਲ ਵਿੱਚ ਕ੍ਰਿਸਚੀਅਨਸ ਦੇ ਲਈ ਬਹੁਤ ਜ਼ਿਆਦਾ ਪਿਆਰ ਹੈ, ਉਹ ਸਾਰੇ ਆਪਣੇ ਭਰਾ ਨੇ, ਇੱਕ ਭਾਈਚਾਰਕ ਸਾਂਝ ਦਾ ਜਿਹੜਾ ਆਪਾਂ ਹਮੇਸ਼ਾ ਉਪਦੇਸ਼ ਦਿੰਦੇ ਹਾਂ। ਠੀਕ ਹੈ, ਕਿ ਕਿਉਂਕਿ ਸਾਡੇ ਗੁਰੂ ਸਾਹਿਬਾਨਾਂ ਨੇ ਵੀ ਸਾਨੂੰ ਇਹੀ ਸਮਝਾਇਆ ਕਿ ਸਾਰੇ ਲੋਕ ਇੱਕੋ ਬਰਾਬਰ ਹੈ, ਸਾਰੇ ਧਰਮ ਇੱਕੋ ਬਰਾਬਰ ਹੈ, ਤੇ ਅਸੀਂ ਸਭ ਦੀ ਰਿਸਪੈਕਟ ਕਰਦੇ ਹਾਂ। ਪਰ ਮੈਂ ਇੱਥੇ ਗੱਲ ਕਰ ਰਿਹਾ ਇਹੋ ਜਿਹੇ ਗੱਦਾਰਾਂ ਦੀ, ਇਹੋ ਜਿਹੇ ਲੋਕਾਂ ਦੀ ਜਿਹੜੇ ਖੁਦ ਬਾਈਬਲ ਦੀ ਨਹੀਂ ਮੰਨ ਰਹੇ,
ਤੇ ਉਹ ਲੋਕਾਂ ਨੂੰ ਵਰਗਲਾ ਕੇ ਸਿਰਫ ਇੱਕ ਨੰਬਰ ਵਿੱਚ ਇਜ਼ਾਫਾ ਕੀਤਾ ਜਾ ਰਿਹਾ ਹੈ, ਉਹ ਵੀ ਪੰਜਾਬ ਦੇ ਵਿੱਚ, ਜਿਹੜੀ ਕਿ ਗੁਰੂਆਂ ਪੀਰਾਂ ਦੀ ਧਰਤੀ ਹੈ, ਜਿੱਥੇ ਇਹੋ ਜੀਆਂ ਚੀਜ਼ਾਂ ਕਰਨੀਆਂ ਬਹੁਤ ਹੀ ਖਿਲਵਾੜ ਵਾਲਾ ਕੰਮ ਹੈ। ਸੋ ਇੱਕ ਇੰਟਰਵਿਊ ਹੈ ਜਿਹੜਾ ਸਿਮਰਨਜੋਤ ਸਿੰਘ ਮੱਕੜ ਬਾਈ ਦੇ ਨਾਲ ਹੋਇਆ ਕਿਸੇ ਪਾਸਟਰ ਦਾ, ਉਹ ਆਪਾਂ ਦੇਖਾਂਗੇ ਤੇ ਵਿੱਚ ਮੈਂ ਤੁਹਾਨੂੰ ਆਪਣੀ ਇਨਪੁਟ ਦਊਂਗਾ। करना चाहती हैं, कई राजनीतिक पार्टियां हैं जो डिवाइड करना चाहती हैं, उनकी पूरी फोर्स होती ਤੁਸੀਂ है। ਆਪ ਮਜ਼ਾਕ ਦੇ ਪਾਤਰ ਬਣ ਰਹੇ ਹੋ ਜਦੋਂ ਕੋਈ ਇਹ ਕੱਲਾ ਇਹ ਨਹੀਂ ਹੈ। ਜੇ ਸਿੱਖ ਧਰਮ 'ਚ, ਹਿੰਦੂ ਧਰਮ 'ਚ ਜਾਂ ਬਾਕੀ ਧਰਮਾਂ 'ਚ ਵੀ ਲੋਕ ਇਹੋ ਜੀ ਕੋਈ ਗੱਲ ਕਰਦੇ ਆ ਤਾਂ ਮਜ਼ਾਕ ਉਹਨਾਂ ਦਾ ਵੀ ਬਣਦਾ। ਜਦੋਂ ਸਹੀ ਤਰੀਕੇ ਦੇ ਨਾਲ ਕਈ ਵਾਰੀ ਜਿਹੜੀਆਂ ਝਾਕੀਆਂ ਨਿਕਲਦੀਆਂ, ਹਿੰਦੂ ਭਰਾ ਉਹਨਾਂ ਝਾਕੀਆਂ ਦਾ ਵਿਰੋਧ ਕਰਨ ਲੱਗ ਗਏ ਕਿ ਤੁਸੀਂ ਭਗਵਾਨ ਸ਼ਿਵ ਦੀ ਬਿਲਕੁਲ ਜਿਹੜਾ ਉਹ ਝਾਕੀ ਕੱਢ ਰਹੇ ਹੋ ਤੇ ਉੱਥੇ ਜਲੂਸ ਕੱਢਦੇ ਨੇ, ਉਹ ਵਿਰੋਧ ਕਰਨ ਲੱਗ ਗਏ ਜੀ। ਜੇ ਉਹ ਮਾੜੀ, ਹਾਂ, ਕਿਉਂਕਿ ਯਾਰ ਦੇਖੋ ਜਦੋਂ ਝਾਕੀਆਂ ਕੱਢੀਆਂ ਜਾਂਦੀਆਂ ਜਾਂ ਕੋਈ ਸ਼ਿਵ ਜੀ ਬਣਦਾ, ਕੋਈ ਹਨੂਮਾਨ ਜੀ ਬਣ ਰਿਹਾ, ਕੋਈ ਰਾਮ ਜੀ ਬਣ ਰਿਹਾ, ਤਾਂ ਉਹ ਦੇਖੋ ਉਹ ਬੰਦੇ ਸ਼ਰਾਬਾਂ ਪੀ ਰਹੇ ਆ, ਉਹ ਸਿਗਰਟਾਂ ਫੂਕੀ ਜਾਂਦੇ ਆ, ਉਹ ਪਤਾ ਨਹੀਂ ਕੀ ਕੁਛ ਕਰੀ ਜਾਂਦੇ ਆ ਯਾਰ। ਮਤਲਬ ਕੋਈ ਵੀ ਬੰਦਾ, ਅਸੀਂ ਦਿਲੋਂ ਰਿਸਪੈਕਟ ਕਰਦੇ ਹਾਂ ਸਾਰਿਆਂ ਦੀ, ਠੀਕ ਹੈ, ਕੋਈ ਵੀ ਬੰਦਾ ਕਿਸੇ ਵੀ ਆਪਣੇ ਗੁਰੂ ਪੀਰ ਪੈਗੰਬਰ ਦੀ, ਕਿਸੇ ਭਗਵਾਨ ਦੀ, ਕਿਸੇ ਦੀ ਜਿਹੜਾ ਨਕਲ ਨਹੀਂ ਕਰ ਸਕਦਾ। ਇਹ ਇੱਕ ਰੂਲ ਬਣਨਾ ਚਾਹੀਦਾ ਹੈ। ਮੈਂ ਅੱਗੇ ਵੀ ਸ਼ਾਇਦ ਕਿਸੇ ਵੀਡੀਓ 'ਚ ਬੋਲਿਆ ਕਿ ਹਿੰਦੂਜ਼ਮ ਵਿੱਚ ਵੀ ਇਹ ਚੀਜ਼ ਆਪਾਂ ਨੂੰ ਦੇਖਣ ਨੂੰ ਮਿਲ ਰਹੀ ਹੈ ਕਿ ਝਾਕੀਆਂ ਜਿਹੜੇ ਕੱਢਦੇ ਹੁਣ ਉਹਨਾਂ ਦਾ ਵਿਰੋਧ ਹੋਣਾ ਸ਼ੁਰੂ ਹੋ ਰਿਹਾ ਹੈ। ਇਹ ਗੱਲ ਦਾ ਵਿਰੋਧ ਕਰਦੇ ਆ, ਤੁਸੀਂ क्यों नहीं कहते कि यार आ कुछ ठीक नहीं है? नहीं, मैं आपसे वही तो पूछना चाह रहा हूँ, क्या सही नहीं है? उस व्यक्ति ने एक गीत गाया कि प्रभु यीशु मसीह की कृपा से मुझे सब कुछ मिला है, उसने और तो कुछ कहा नहीं। तो वीडियो वायरल करने वाले और उस पर मजाक उड़ाने वाले वो तो कोई और व्यक्ति थे ना जी। बात तो यही है। हम तो ये कह रहे हैं कि हर एक व्यक्ति, पवित्र शास्त्र बाइबल में लिखा है कि चाहे तुम खाओ, चाहे पियो, चाहे जो कुछ भी करो, लेकिन सब कुछ परमेश्वर की महिमा के लिए करो। और खास करके आपने देखा होगा जब बड़ी बड़ी चर्चेस में या छोटी चर्चेस में क्या होता है, एक स्पेशल सेशन होता है जिसको टेस्टमनी कहा जाता है कि परमेश्वर ने आपके जीवन में क्या किया है। और कई हमने देखे, कईयों के बहुत बड़े बड़े काम जो है वो बताते हैं, लेकिन बहुत सारे लोग जो है अगर वो छोटी सी समस्या से भी बाहर आते हैं, वो गवाही देते हैं। तो ये जो गीतों के जरिए गवाही दी जा रही है और बताया जा रहा है, ये भी एक प्रचार का माध्यम ही है। ਤੁਸੀਂ ਵੀ ਐਂ ਕਰਦੇ ਹੋ ਸਟੇਜ ਲਾ ਕੇ ਔਰ ਤੁਸੀਂ ਕਹਿੰਦੇ ਹੋ ਹੱਥ ਰੱਖ ਕੇ ਕਿ ਤੇਰਾ ਅੱਜ ਤੋਂ ਬਾਅਦ ਕੈਂਸਰ ਕੱਟਿਆ ਗਿਆ, ਉਹ ਕੱਟਿਆ ਜਾਂਦਾ। बात ये है जी, जब आप इन बातों को देखते हैं कि हम लोग इसको प्रार्थना का एक जरिया बोला जाता है। ਤੁਸੀਂ ਕਰਦੇ ਹੋ कि नहीं करते? मैं फिर अगला सवाल करूं। देखिए, मैं आपको ये बात कह रहा हूं कि दिस इज अथॉरिटी ऑफ होली बाइबल। मैंने आपको यही बात बताई। सर, मैं अथॉरिटी सिर्फ ये पूछा कि ਤੁਸੀਂ ਕਰਦੇ हो कि नहीं आपको करते? मैं हर वो चीज करता हूं जी, मैं हर वो चीज करता हूं जो पवित्र शास्त्र बाइबल में हमें करने की आज्ञा दी गई है। और ये कहा गया है कि प्रभु यीशु मसीह जी ने हमारे अपराधों को अपने ऊपर ले लिया, हमारी बीमारियों की वजह से उस पर कोड़े पड़े हैं और उन्होंने हमारी तमाम बीमारियों को खत्म कर दिया है। एंड प्रभु यीशु मसीह जी ने ये राइट पवित्र शास्त्र बाइबल में दिया है कि यू कैन प्रे ओवर एनी काइंड ऑफ डिसीज और उनको जाना होगा। इसलिए हम लोग प्रार्थना करते हैं। ਇੱਥੇ ਪ੍ਰੋਬਲਮ ਕੀ ਹੈ ਮੈਂ ਦੱਸ ਦਿੰਦਾ। बताइए। ਹਾਂ, ਤੁਸੀਂ ਕਲੇਮ ਕਰ ਦਿੰਦੇ ਕਿ ਠੀਕ ਹੋ ਗਿਆ। ਕੱਲਾ ਤੁਸੀਂ ਨਹੀਂ ਹੀਲਿੰਗ ਕਰ ਰਹੇ, ਹਿੰਦੂਇਜ਼ਮ 'ਚ ਵੀ ਹੀਲਿੰਗ ਨਾਲ ਬੰਦੇ ਠੀਕ ਹੋ ਰਹੇ ਆ, ਇਸਲਾਮ 'ਚ ਵੀ ਹੀਲਿੰਗ ਨਾਲ ਬੰਦੇ ਠੀਕ ਹੋ ਰਹੇ ਆ। ਪ੍ਰੇਅਰ ਦੀ ਤਾਕਤ ਸਾਰੇ ਧਰਮਾਂ 'ਚ, ਰੱਬ ਤਾਂ ਇੱਕ ਹੀ ਹੈ ਨਾ, ਤਾਂ ਸਾਰੇ ਧਰਮਾਂ 'ਚ ਹੀਲਿੰਗ ਹੋ ਰਹੀ ਹੈ ਪ੍ਰੇਅਰ ਨਾਲ। ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਤੇ ਜਾਂਦੇ ਆ, ਮੈਨੂੰ ਵੀ ਇਹ ਯਕੀਨ ਹੈ ਕਿ ਜਦੋਂ ਉੱਥੇ ਮੈਂ ਆਪਦੀ ਅਰਦਾਸ ਕਰਦਾ ਮੈਂ ਠੀਕ ਹੁੰਨਾ। ਪਰ ਉਹਦਾ ਇੱਕ ਪ੍ਰੋਸੈਸ ਹੈ, ਯਕੀਨ ਲੈ ਕੇ ਆਉਣਾ ਪੈਂਦਾ, ਸਮਾਂ ਲੱਗਦਾ ਹੈ। ਜੇ ਮੈਂ ਕਹਾਂ ਕਿ ਚੱਲ ਮੇਰੇ ਨਾਲ ਆਓ ਪਾਸਟਰ ਸਾਹਿਬ, ਤੁਹਾਨੂੰ ਬਿਮਾਰੀ ਹੈ, ਖੜੇ ਹੋ ਜਾਓ, ਮੈਂ ਦਰਬਾਰ ਸਾਹਿਬ 'ਚੋਂ ਅੰਮ੍ਰਿਤ ਦਾ ਛਿੱਟਾ ਤੁਹਾਡੇ ਮੂੰਹ ਤੇ ਮਾਰਾਂ, ਚੱਲ ਭਗਤਾ ਕੱਲ ਤੋਂ ਤੂੰ ਠੀਕ ਹੈ, ਇਹ ਨਹੀਂ ਹੋ ਸਕਦਾ। एक सेकंड च बंदा ठीक नहीं हो सकता। आपने अपनी बात कही, मुझे ये आपका सवाल है। मैं चुप हाँ, तुसी नहीं, अच्छा है। देखिए, क्योंकि जब तक सवाल क्लियर नहीं होंगे तब तक बात क्लियर नहीं। चलो शुक्र है क्लियर हो गया भाई। हाँ जी, हम बिल्कुल जवाब दें भाई। कर रहे हो देखिए, आप हीलिंग हो सकती है। मैं नहीं कहता कि ਯੀਸ਼ੂ ਮਸੀਹ ਦੇ ਮੰਨਣ ਵਾਲਿਆਂ ਨੂੰ ਹੀਲਿੰਗ ਨਹੀਂ ਹੋ ਸਕਦੀ। ਮੈਂ ਨਹੀਂ ਕਹਿ ਰਿਹਾ ਕਿ ਤੁਹਾਡੀ ਪ੍ਰੇਅਰ 'ਚ ਤਾਕਤ ਨਹੀਂ ਹੈ, ਮੈਂ ਨਹੀਂ ਕਹਿ ਰਿਹਾ ਕਿ ਇਹ ਪੋਸੀਬਲ ਨਹੀਂ ਹੈ, पर जिस तरीके नाल तुसी कर रहे हो ये गलत है। देखिए, मैं आपको दो चीजें इंटरेस्टिंग बताता हूं। मक्कड़ भाई भी सीधा ही चल रहा है। ये कहा कि हर एक धर्म का आपने नाम लिया और आपने कहा कि हर एक धर्म में ये सब हो रहा है। पहली बात,
बात पवित्र शास्त्र बाइबल की करते हैं क्योंकि हम उसी को मानते हैं, उसी का ਯਾਰ ਇਹ प्रचार ਬਾਰ-ਬਾਰ ਬੰਦਾ ਗੱਲਾਂ ਘੁਮਾ ਨਹੀਂ ਰਿਹਾ, ਇਹ ਉਸ ਗੱਲ ਤੇ ਨਹੀਂ ਆਉਂਦਾ ਨਾ ਜਿਹੜੀ ਗੱਲ ਕਰਨੀ ਬਣਦੀ ਹੈ करते हैं। जो पूरे भाई ने पवित्र क्वेश्चन पूछा शास्त्र बाइबल में रिलीजन नाम का शब्द ही नहीं है। मतलब यार पूछा ही नहीं पवित्र भाई, ये शास्त्र था बाइबल को मानने वाले किसी कोई धर्म को करके नहीं मानते, बल्कि उसको धर्मी करके माना जाता है, राइचियसनेस पे ज्यादा फोकस किया जाता है। तो पवित्र शास्त्र बाइबल में प्रभु यीशु मसीह जी ने कभी नहीं कहा कि मन फिराओ क्योंकि धर्म आ गया, उन्होंने कहा मन फिराओ क्योंकि स्वर्ग का राज्य निकट आ गया। प्रभु यीशु मसीह जी का जो संदेश था वो इस जगत में एक ऐसे राज्य की शुरुआत करना था जो स्वर्ग से इस धरती पर चलाया जाता है, और उस राज्य के अंदर आपके मन परिवर्तन को सबसे पहला स्थान दिया जाता है। आप भी समझते हैं कि जब ये कहीं ऐसे साइंटिफिकली ऐसे बहुत सारी बातें हुई हैं, एक्सपेरिमेंट्स हुए हैं कि अगर पानी के ऊपर भी आप पॉजिटिव चीजें बोलते हैं तो पानी भी अच्छे तरीके से कहते जल बन जाता है। जैसे ਉਹ ਯਾਰ ਉਹ ਟਾਈਮ ਲੱਗਦਾ ਉਹਨਾਂ ਚੀਜ਼ਾਂ ਨੂੰ, ਐਂ ਤਾਂ ਨਹੀਂ ਕਿ ਤੁਸੀਂ ਕੋਈ ਵੀਲ ਚੇਅਰ ਦੇ ਬੰਦਾ ਸਟੇਜ ਤੇ ਲਿਆਂਦਾ ਜਿਹੜਾ ਕਿ ਪਿਛਲੇ ਕਈ ਸਾਲਾਂ ਤੋਂ ਵੀਲ ਚੇਅਰ ਤੇ ਹੀ ਆ, ਤੇ ਤੁਸੀਂ ਇੱਕ ਛਿੱਟਾ ਮਾਰਿਆ, ਇੱਕ ਫੂਕ ਮਾਰੀ ਤੇ ਉਹ ਨਾਲ ਦੀ ਨਾਲ ਉੱਠ ਕੇ ਖੜਾ ਹੋ ਗਿਆ। ਇਹ ਪਖੰਡ ਹੈ ਮੇਰੇ ਵੀਰ, ਤੁਹਾਨੂੰ ਗੱਲ ਕੁਐਸਚਨ ਹੀ ਤੁਹਾਨੂੰ ਹਜੇ ਤੱਕ ਨਹੀਂ ਸਮਝ ਆ ਰਿਹਾ, ਜਾਂ ਤੁਹਾਨੂੰ ਜਵਾਬ ਦੇਣਾ ਨਹੀਂ ਆ ਰਿਹਾ, ਤੇ ਜਾਂ ਤੁਸੀਂ ਜਵਾਬ ਦੇਣਾ नहीं ਚਾਹੁੰਦੇ। पानी है लेकिन वो जल बन जाता है क्योंकि वहां पर अरदास हुई है, वहां पर प्रार्थना हुई है। तो एक गल्ला गोलमोल कर रहे हैं भाई। जो पानी है अगर वो प्रेयर की वजह से जल बन जाता है या पवित्र बन जाता है, तो एक व्यक्ति जब किसी को पॉजिटिव बोलता है और खासकर प्रभु यीशु मसीह के नाम में पॉजिटिव बोलता है, आप ये कैसे कह सकते हैं कि इंस्टेंट हीलिंग नहीं होती। बेसिकली क्या है, पवित्र शास्त्र बाइबल में इब्रानियों की पुस्तक में एक वाक्य है जो बहुत ही दिलकश है और आज भी सच साबित हो रहा है। उन्होंने कहा कि हमारे इर्दा गिर्द गवाहों का एक ऐसा बादल है जिसको झुठलाया नहीं जा सकता। आज भी हमारा जो पूरी व्यवस्था है, न्यायिक व्यवस्था है, प्रशासनिक व्यवस्था है, वो गवाहों के दम पे चलती है। अगर गवाह नहीं तो बंदा बड़े से बड़े जुर्म में भी छूट जाता है। तो हमारी व्यवस्था, मेरा फैटी लिवर है इस टाइम, जी जी ठीक करो, ठीक है। आपने ये कहा आपको एक बार मैं सीधी बात बताता हूँ, मैंने थायराइड है मेरा, ठीक करो, बिल्कुल करिए, ठीक करो। हाँ, आपने ये बोला, मैं आपको एक छोटी सी बात बताता हूँ। बहुत सारे लोग जब भी मुझे डिबेट में बुलाते हैं, वो बहुत सारे लोग आपको चैलेंज करते हुए नजर आएंगे। मैं चैलेंज नहीं कर रहा था, मैंने आपको लोगों की बात कही है जी, मैंने आपको लोगों की बात कही है। यार बंदा गोलमोल कर रहा है उन गल्लां। ਤੁਹਾਡੀ ਇਸ ਗੱਲ 'ਚ ਯਕੀਨ ਮੰਨਦਾ ਕਿ ਹੀਲਿੰਗ ਹੁੰਦੀ ਹੈ जी बिल्कुल ठीक है। ਮੈਂ ਕਹਿ ਰਿਹਾ ਕਿ ਮੈਂ ਬਹੁਤ ਸਾਰੇ ਕ੍ਰਿਸ਼ਨ ਭਗਵਾਨ ਨੂੰ ਮੰਨਣ ਵਾਲਿਆਂ ਦੇ ਕੈਂਸਰ ਠੀਕ ਹੁੰਦੇ ਆ, ਬਹੁਤ ਸਾਰੇ ਸ਼ਿਵ ਭਗਵਾਨ 'ਚ ਭਰੋਸਾ ਰੱਖਣ ਵਾਲਿਆਂ ਦੇ ਹੋਏ ਆ, ਗੁਰੂ ਨਾਨਕ ਦੇ ਦਰ ਤੇ ਜਾਣ ਵਾਲਿਆਂ ਦੇ ਹੋਏ ਆ, ਤਾਂ ਜੀਸਸ ਦੇ ਦਰ ਤੇ ਜਾਣ ਵਾਲਿਆਂ ਦੇ ਵੀ ਠੀਕ ਹੋਣਗੇ ਨਾ। बिल्कुल। ਪਰ ਦਵਾਈ ਲੈਣੀ ਪਊਗੀ ਉਹਦੇ ਨਾਲ। ਜਦੋਂ ਤੁਸੀਂ ਲੋਕਾਂ ਨੂੰ ਇਸ ਪਖੰਡ 'ਚ ਪਾ ਦਿਓਗੇ ਕਿ ਇਸ ਚਰਨਾਮ੍ਰਿਤ ਨਾਲ ਜਾਂ ਜੋ ਵੀ ਸ਼ਬਦ ਵਰਤਦੇ ਹੋ, ਤੂੰ ਸਟੇਜ ਤੇ ਆ ਭਗਤਾ, ਤੂੰ ਠੀਕ ਹੈ, वो पखंड है। आप मेरा जवाब तो सुनिए जरा जी। देखिए, बात सिर्फ यही है, जब बहुत सारे लोग मुझे इंटरव्यू में बुलाते हैं, और आपने सोशल मीडिया पर भी देखा होगा, बहुत सारे लोग कहते हैं कि मैं मुर्दा लेकर आऊंगा, आप इसको जीवा के दिखाओ, इसमें प्राण डाल के दिखाओ। बेसिकली अगर आपने इस प्रेयर को तो देखा, प्रेयर को सुना, लेकिन उसके बावजूद आपने कभी प्रचार सुना है, उसमें क्या किया जाता है? उसमें यह कहा जाता है कि 3 तरह की हीलिंग है जिसमें एक व्यक्ति को विश्वास करना है। एक जो हीलिंग है वो धरती के ऊपर डॉक्टरों के द्वारा, प्रभु यीशु मसीह जी ने कहा ए पेशेंट नीड अ डॉक्टर, और प्रभु यीशु मसीह जी ने खास करके एक डॉक्टर को बहुत उपाधि दी है, बड़ी उपाधि दी है। और बहुत बार हम लोग क्या करते हैं कि जैसे फैटी लिवर की बात कर रहे हैं, आप अपने थायराइड की बात कर रहे हैं, उसके लिए हमें परमेश्वर, आपको लगता है कि उसके लिए परमेश्वर को तंग करने की जरूरत है, पहली बात। दूसरी बात यह है, स्विफ्ट ਲੈਣ ਵਾਸਤੇ परमेश्वर ਨੂੰ ਤੰਗ ਕਰਨਾ। मैं आपकी वही बात दूसरी बात पे ਯਾਰ ਇਹ ਨਾ ਬੰਦਾ, ਮੈਨੂੰ ਸਮਝ ਨਹੀਂ ਆਉਂਦੀ ਕਿ ਜਿੰਨੇ ਵੀ ਪਾਸਟਰ ਆ ਪੰਜਾਬ ਦੇ, ਵੀ ਤੁਹਾਨੂੰ ਕੀ ਲੱਗਦਾ ਕਿ ਬਾਕੀ ਲੋਕ ਸਾਰੇ ਮੂਰਖ ਬੈਠੇ ਆ? ਵੀ ਤੁਸੀਂ ਸਾਨੂੰ ਮਤਲਬ ਕਲੀਅਰ ਆਊਟ ਤੁਸੀਂ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਉਹਨਾਂ ਚੀਜ਼ਾਂ ਨੂੰ ਜਸਟੀਫਿਕੇਸ਼ਨ ਦੇਣ ਦੀ ਕੋਸ਼ਿਸ਼ ਕਰ ਰਹੇ ਹੋ। ਇਹ ਪਖੰਡ ਹੈ, ਇਹ ਇਕੱਲੇ ਇਸ ਧਰਮ 'ਚ ਨਹੀਂ, ਇਹ ਸਾਰਿਆਂ ਧਰਮਾਂ 'ਚ ਹੀ ਹੁੰਦਾ। ਬੜੇ ਸਾਰੇ ਧਰਮਾਂ 'ਚ, ਆਪਾਂ ਹਿੰਦੂਜ਼ਮ 'ਚ ਵੀ ਦੇਖਦੇ ਹਾਂ, ਇਹੋ ਜਿਹੀਆਂ ਚੀਜ਼ਾਂ ਦੇਖਦੇ ਹਾਂ ਆਪਾਂ ਨਿੱਤ। ਜਿਨ੍ਹਾਂ ਨੇ ਤੁਹਾਨੂੰ ਨਹੀਂ ਪਤਾ ਯਾਰ, ਤੁਸੀਂ ਮੇਰਾ ਪੰਜਾਬੀ TV ਇੰਸਟਾਗ੍ਰਾਮ ਜਾ ਕੇ ਚੈੱਕ ਕਰਿਓ, ਉੱਥੇ ਇਸਲਾਮ, ਹਿੰਦੂਜ਼ਮ, ਸਿੱਖੀਜ਼ਮ, ਠੀਕ ਹੈ, ਕ੍ਰਿਸਚੈਨਿਟੀ ਤੇ ਹੋਰ ਵੀ ਕਾਫੀ ਸਾਰੀਆਂ ਚੀਜ਼ਾਂ, ਕਾਫੀ ਸਾਰੇ ਧਰਮ, ਸਭ ਦੇ ਧਰਮਾਂ ਦੇ ਵਿੱਚ ਜੋ ਬਾਬੇ ਪਖੰਡ ਕਰਦੇ ਨਾ, ਆਪਾਂ ਉਹ ਉੱਤੇ ਅਪਲੋਡ ਕੀਤੇ ਹੋਏ ਆ, ਜਾ ਕੇ ਦੇਖੋ, ਠੀਕ ਹੈ।
ਮਤਲਬ ਯਾਰ ਕਮਾਲ ਹੈ ਯਾਰ। ਮਤਲਬ ਫੈਟੀ ਲੀਵਰ ਵਾਸਤੇ ਅਸੀਂ ਪਰਮੇਸ਼ਰ ਨੂੰ ਤੰਗ ਨਹੀਂ ਕਰਨਾ, ਪਰ ਅਸੀਂ ਸਵਿਫਟ ਗੱਡੀ ਵਾਸਤੇ ਤੰਗ ਕਰ ਸਕਦੇ ਹਾਂ। ਗੱਡੀ ਲੈਣ ਵਾਲਾ ਪਿੱਛੇ ਜਿਹਦੀ ਗੱਲ ਹੋ ਰਹੀ ਹੈ ਨਾ, ਇਹ ਗਾਣਾ ਜਾਂ ਕਿਸੇ ਨੇ ਕੱਢਿਆ ਸੀਗਾ ਕਿ ਗੱਡੀ ਮਿਲੀ ਹੈ ਤੇ ਇਹ ਉਹ, ਮਤਲਬ ਉਹਨੂੰ ਪ੍ਰਮੋਸ਼ਨਲ ਸਟੰਟ ਬਣਾਇਆ ਇਹਨਾਂ ਨੇ। उठो मेहनत करो काम करो, स्विफ्ट छड्डो मर्सिडीज मिल जूगी। आप अगर स्विफ्ट और इसकी मर्सिडीज की बात कर रहे हैं, आप हमारे कह रहे हो कि इस इंडिया के अंदर ये कोई फिक्स्ड है भी केड़ी बीमारी मैं नहीं। आपको मैं वही बता रहा हूं, मेरा मनना है हर चीज परमेश्वर दी दित्ती है, ਉਹਦੇ ਬਿਨਾ ਤਾਂ ਪੱਤਾ ਵੀ ਨਹੀਂ ਹਿਲਦਾ। ਤਾਂ ਦਿੱਤਾ ਤਾਂ ਭਾਵੇਂ चंगा भावे माड़ा सब कुछ ही होता है। कैन यू कोट समथिंग? क्या आप इसकी कोई कोट बता सकते हैं? किस गल दी? किस चीज दी कोट देनी है? बता रहे हैं, देखिए ये आपका थॉट प्रोसेस है। मेरा थॉट नहीं है। देखो आपका और मेरा थॉट प्रोसेस अलग है। कुछ परमात्मा दा दिता नहीं है। मैं इस बात पे सहमत नहीं हूं, क्योंकि पवित्र शास्त्र बाइबल इस बात पे सहमत नहीं है। मतलब परमात्मा सब कुछ नहीं कर रहा। पवित्र शास्त्र बाइबल में ये लिखा गया है साफ तौर पर कि धरती पर परमेश्वर, अब आप मैं इस बात को एक छोटी सी बात के लेता हूं, परमेश्वर दा वास नहीं है। आप ये मैं आपको वही बात कह रहा हूँ, मैं आपसे वही कह रहा हूँ जी। एक इसके लिए छोटी सी एक एग्जांपल लेते हैं। एक बार एक क्लास के अंदर टीचर बैठे थे और टीचर आए, जीके के टीचर थे, और उन्होंने सवाल किया, मॉरल का सवाल था। वो कहा कि आप जो मैं बात पूछूंगा अगर उसका कोई जवाब दे दे तो उसके बाद हम एक नतीजे पर पहुंच सकते हैं। तो सबसे पहले टीचर ने एक बात पूछी और स्टूडेंट्स को कहा, ये बताइए कि क्या इस धरती पर जो कुछ भी हो रहा है क्या वो परमेश्वर कर रहा है? और बहुत सारे स्टूडेंट इस बात पे सहमत थे। सबने तकरीबन 99% ने हाथ उठा दिया। और फिर टीचर ने कहा कि अब जो पृथ्वी पर बुरा हो रहा है, जो पृथ्वी पर दुष्टताएं हो रही हैं, इसका मतलब है वो परमेश्वर करवा रहा है। तो इसका मतलब परमेश्वर सज्जन भी है और दुष्ट भी है। और 99% ने फिर हाथ उठा दिया। लेकिन एक स्टूडेंट था जिसने हाथ नहीं उठाया। तो टीचर ने कहा कि तुम हमारी बात से सहमत क्यों नहीं हो? तो टीचर और स्टूडेंट ने खड़े होकर कहा कि अगर आप मेरे छोटे से सवाल का जवाब दे दो तो मैं इस बात से सहमत हो सकता हूं। कहते अच्छा बताइए। तो उसने हाथ उठाया और ये कहा कि आप ये बताइए कि क्या धरती पर गर्मी को नापने का पैमाना है? कहता है। तो कहता सर्दी को नापने का पैमाना है? कहते नहीं है, सर्दी को नापने का कोई पैमाना नहीं है, वो माइनस के अंदर है। यानी जहां पर गर्मी नहीं है वहां पर ठंड है। और इसी तरह से रोशनी को नापने का पैमाना है, अंधेरे को नापने का पैमाना नहीं है। जहां पर रोशनी नहीं है वहां पर अंधेरा है, साफ तौर पर। और इसी तरह से उस व्यक्ति ने यह कहा कि जहां पर परमेश्वर नहीं है वहां पर दूसरा दुष्ट का राज है, और जो लोगों को लगातार अंधेरे के राज्य की ओर पाप में धकेलता है और साफ तौर पर व्यक्तियों को लेकर जाता है। आपने कुछ देर पहले कहा कि आप में अच्छा ਇੱਥੇ ਇਹਨਾਂ ਨੇ ਹੁਣ ਜਿਹੜੀ ਇਸ ਚੀਜ਼ ਨੂੰ ਇਹਨਾਂ ਨੇ ਰਿਜੈਕਟ ਕੀਤਾ ਹੈ ਕਿ ਰੱਬ ਹਰ ਥਾਂ 'ਤੇ ਨਹੀਂ ਹੈ ਨਾ। ਦੇਖੋ ਇੱਥੇ ਮੈਂ ਤੁਹਾਨੂੰ ਦੱਸਦਾ ਕਿ ਸਾਰਿਆਂ ਧਰਮਾਂ ਦੇ ਵਿੱਚ ਅਲੱਗ-ਅਲੱਗ ਚੀਜ਼ਾਂ, ਅਲੱਗ-ਅਲੱਗ ਕਨਸੈਪਟ ਹੈ ਇਹਨਾਂ ਚੀਜ਼ਾਂ ਨੂੰ ਲੈ ਕੇ। ਯੀਸ਼ੂ ਮਸੀਹ ਜੀ ਨੂੰ ਜੋ ਇਸਲਾਮ ਦੇ ਵਿੱਚ ਇੱਕ ਪੈਗੰਬਰ ਮੰਨਿਆ ਜਾਂਦਾ, ਪਰ ਕ੍ਰਿਸਚੈਨਿਟੀ ਦੇ ਵਿੱਚ ਉਹਨਾਂ ਨੂੰ ਸਨ ਆਫ ਗੋਡ ਕਿਹਾ ਜਾਂਦਾ। ਇਸਲਾਮ ਦੇ ਵਿੱਚ ਕਿਹਾ ਜਾਂਦਾ ਕਿ ਰੱਬ ਦਾ ਕੋਈ ਪੁੱਤ ਨਹੀਂ ਗਾ, ਕੋਈ ਉਹਨਾਂ ਦਾ ਰਿਲੇਸ਼ਨ ਨਹੀਂ, ਠੀਕ ਹੈ, ਉਹ ਇੱਕੋ ਹੀ ਹੈ। ਜਿਵੇਂ ਕਿ ਆਪਾਂ ਸਿੱਖੀਜ਼ਮ ਵਿੱਚ ਦੇਖਦੇ ਹਾਂ, ਇੱਕ ਓੰਕਾਰ, ਠੀਕ ਹੈ, ਕਰਤਾ ਪੁਰਖ, ਮਤਲਬ ਉਹ ਆਪਣੇ ਆਪ 'ਚੋਂ ਹੀ ਪੈਦਾ ਹੋਇਆ। ਸੇਮ ਇਸਲਾਮ 'ਚ ਵੀ ਉਹੀ ਚੀਜ਼ ਮੰਨਣੀ ਹੈ। ਪਰ ਕ੍ਰਿਸਚੈਨਿਟੀ ਦੇ ਵਿੱਚ ਉਹ ਚੀਜ਼ਾਂ ਹੋਰ ਹੋ ਜਾਂਦੀਆਂ ਜਦੋਂ ਉਹ ਤੁਸੀਂ ਦੇਖਦੇ ਹੋ ਜਿਊਸ਼ ਵਿੱਚ ਜਾਂਦੇ ਹੋ, ਕਿਉਂਕਿ ਇਹ ਅਬਰਾਹਿਮਿਕ ਰਿਲੀਜਨ ਹੈ ਸਾਰੇ, ਇਸਲਾਮ, ਕ੍ਰਿਸਚਨ ਜਾਂ ਜਿਊਸ਼, ਠੀਕ ਹੈ। ਸੋ ਇਹਨਾਂ ਦੇ ਵਿੱਚ ਜੋ ਪੈਗੰਬਰ ਹੈ ਉਹ ਲਗਭਗ ਸੇਮ ਹੈ, ਪਰ ਉਹਨਾਂ ਦੀਆਂ ਟੀਚਿੰਗਸ ਨੂੰ ਮਤਲਬ ਵੱਖਰਾ ਡਿਵਾਈਡ ਕੀਤਾ ਗਿਆ ਅਤੇ ਉਹਦੇ ਅਕੋਰਡਿੰਗ ਉਹਨਾਂ ਨੂੰ ਆਪਦੇ ਤਰੀਕੇ ਦੇ ਨਾਲ ਮੰਨਿਆ ਜਾਂਦਾ। ਹੁਣ ਇੱਥੇ ਕਿਉਂਕਿ ਜੋ ਕ੍ਰਿਸਚੈਨਿਟੀ ਹੈ ਉਹਦੇ ਵਿੱਚ ਕਨਸੈਪਟ ਹੈ ਜੀ ਲੂਸੀਫਰ, ਸ਼ੈਤਾਨ, ਜਿਹਨੂੰ ਸ਼ੈਤਾਨ ਮੰਨਿਆ ਜਾਂਦਾ, ਲੂਸੀਫਰ, ਠੀਕ ਹੈ। ਇਸਲਾਮ ਦੇ ਵਿੱਚ ਹੈ ਜੀ ਦੱਜਾਲ, ਠੀਕ ਹੈ। ਅਤੇ ਜਿਵੇਂ ਕਿ ਆਪਣੇ ਹਿੰਦੂਜ਼ਮ ਦੇ ਵਿੱਚ ਕਿਹਾ ਜਾਂਦਾ ਹੈ ਕਿ ਕਲਕੀ ਆਊਗਾ, ਹੈ ਨਾ, ਕਲਕੀ, ਅਤੇ ਜਿਹੜਾ ਮਤਲਬ ਕਿ ਨਾਸ਼ ਕਰੂਗਾ ਸਾਰਾ ਕੁਝ, ਉਹੀ ਸੇਮ ਐਜ਼ ਦੱਜਾਲ ਐਂਡ ਲੂਸੀਫਰ। ਅਤੇ ਪਰ ਸਿੱਖੀਜ਼ਮ ਦੇ ਵਿੱਚ ਤੁਹਾਨੂੰ ਪਤਾ ਕਿ ਹਮੇਸ਼ਾ ਪ੍ਰੈਜ਼ੈਂਟ ਨੂੰ ਜੋ ਅਹਿਮੀਅਤ ਜ਼ਿਆਦਾ ਦਿੱਤੀ ਗਈ ਹੈ ਕਿ ਜੋ ਆਪਣਾ ਪ੍ਰੈਜ਼ੈਂਟ ਆਪਾਂ ਉਹਨੂੰ ਸੁਧਾਰੀਏ, ਪਾਸਟ ਅਤੇ ਫਿਊਚਰ ਦਾ ਨਹੀਂ ਆਪਾਂ ਜ਼ਿਆਦਾ ਸੋਚਣਾ। ਸੋ ਇਹ ਚੀਜ਼ਾਂ ਵੱਖਰੀਆਂ ਸਭ ਧਰਮਾਂ ਦੇ ਵਿੱਚ। ਪਰ ਇੱਥੇ ਹੁਣ ਇਹਨਾਂ ਨੇ ਇਸ ਚੀਜ਼ ਨੂੰ ਕਲੇਮ ਕਰਤਾ ਕਿ ਜਿੱਥੇ ਰੱਬ ਨਹੀਂ ਹੈਗਾ ਉੱਥੇ ਸ਼ੈਤਾਨ ਹੈ। ਪਰ ਜਿੱਥੋਂ ਤੱਕ ਮੈਨੂੰ ਯਾਦ ਹੈ ਕਿ ਇਸਲਾਮ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਰੱਬ ਨੇ, ਅੱਲਾ ਨੇ, ਭਗਵਾਨ ਨੇ ਜੋ 3 ਤਰ੍ਹਾਂ ਦੀਆਂ ਜੋ ਮਤਲਬ ਸ਼ਖਸੀਅਤਾਂ ਨੂੰ ਪੈਦਾ ਕੀਤਾ, ਇਨਸਾਨ, ਜਿੰਨ
ਤੇ ਫਰਿਸ਼ਤੇ, ਠੀਕ ਹੈ। ਇਸਲਾਮ ਦੇ ਅਕੋਰਡਿੰਗ ਇਹ ਹੈ, ਉਹ ਵੀ ਪ੍ਰੋਫਿਟ ਮੁਹੰਮਦ ਨੂੰ ਮੰਨਣ ਵਾਲੇ ਹੈ ਤੇ ਇਹ ਪ੍ਰੋਫਿਟ ਜੀਸਸ ਨੂੰ ਮੰਨਣ ਵਾਲੇ ਹੈ, ਠੀਕ ਹੈ। ਸੋ ਜੀਸਸ ਨੂੰ ਇਹਨਾਂ ਨੇ ਸਨ ਆਫ ਗੋਡ ਕਹਿ ਕੇ ਮੰਨਿਆ ਜਾਂਦਾ ਇੱਧਰ, ਤੇ ਉੱਧਰ ਦੂਜੇ ਤਰ੍ਹਾਂ ਨਾਲ। ਸੋ ਇਹ ਧਾਰਮਿਕ ਵਾਦ ਵਿਵਾਦ ਜਿਹੜੇ ਮਤਲਬ ਇਹ ਉੱਦਾਂ ਦੇ ਆਨਸਰ ਦੇਣ ਦੀ ਕੋਸ਼ਿਸ਼ ਕਰ ਰਹੇ ਹੈ, ਹਾਲਾਂਕਿ ਮੱਕੜ ਬਾਈ ਦੇ ਡਾਇਰੈਕਟ ਜਿਹੜੇ क्वेश्चंस ने ना उन्होंने आंसर नहीं कर रहे। मुझ में क्या परमात्मा वास नहीं करता? मैं आपसे एक छोटा सा सवाल पूछता हूँ। आज सुबह जब मैं सैर कर रहा था तब परमेश्वर ने ये बहुत अच्छा विचार हमें दिया। उन्होंने कहा कि अगर मेरे अंदर प्यार भी है और मेरे अंदर नफरत भी है, तू बता मैं कहाँ पर हूँ, मैं प्यार में हूँ या नफरत में हूँ? उन्होंने कहा कि अगर तू दूसरे को नीवा करके देखता है और किसी को ऊंचा करके देखता है, तू दोनों के बीच में डिफरेंस करता है जो मैं नहीं करता, तो तू बता मैं कि तेरे शरीर के कौन से कोने में हूँ। अगर आप किसी तरह का भलाई का काम कर रहे हैं, अगर उसमें भी लालच लेकर आ रहे हैं, तो स्वार्थ लेकर आ रहे हैं, तो आप ये बताइए क्या वो परमेश्वर का काम है या आपका काम है? बेसिकली बात यह है कि हम लोग कंफ्यूज्ड हैं, हमें पता नहीं है कि हम कब परमात्मा बन जाते हैं और कब इंसान बन जाते हैं। और इसी बात का जो फायदा है जो है वो शैतान की जो ताकतें पवित्र शास्त्र बाइबल में लिखा गया वो उठाती हैं, क्योंकि इग्नोरेंस जो है पवित्र शास्त्र बाइबल में लिखा है, इग्नोरेंस जो है वो शैतान का नंबर 1 वेपन है। थोड़े मुताबिक रब की है, पहला ये दसो उस बाद अगे गल करांगे। देखिए मेरे मुताबिक मैंने आपको फिर वही कहा, गुड क्वेश्चन, मेरा भी ये क्वेश्चन से बंदे दी सोच है। पैदा हुए हाँ हाँ। देखिए बेसिकली आप अगर मुझसे ये सीधे जवाब कोई नहीं दे रहा यार, मैंने आपको फिर कहा ਉਹੀ ਨਾ ਵੀ ਵਰਗਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਭੰਬਲ ਭੂਸੇ 'ਚ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਆਪਦੇ ਆਪ ਨੂੰ ਸਿਆਣਾ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕੁਝ ਇਹੋ ਜਿਹੀਆਂ ਗੱਲਾਂ ਕਰਕੇ ਜਿਹੜੀਆਂ ਸਭ ਧਰਮਾਂ ਦੇ ਵਿੱਚ ਕੀਤੀਆਂ ਜਾਂਦੀਆਂ, ਕਿਉਂਕਿ ਸਾਰੇ ਧਰਮ ਇੱਕੋ ਗੱਲ ਨੂੰ ਹੀ ਪੋਰਟਰੇ ਕਰਦੇ ਆ, ਚੰਗਾ ਹੈਲਦੀ ਲਾਈਫ ਸਟਾਈਲ, ਠੀਕ ਹੈ, ਇਨਸਾਨ ਚੰਗੇ ਬਣਨਾ, ਆਪਾਂ ਬੰਦੇ ਦੇ ਪੁੱਤ ਬਣਨਾ, ਮਿਹਨਤ ਕਰਨੀ ਹੈ, ਕਿਸੇ ਦਾ ਮਾੜਾ ਨਹੀਂ ਕਰਨਾ, ਤੇ ਆਪਾਂ ਰੱਬ ਨੂੰ ਯਾਦ ਰੱਖਣਾ, ਆਪਣੇ ਬਣਾਉਣ ਵਾਲੇ ਨੂੰ ਯਾਦ ਕਰਨਾ, ਠੀਕ ਹੈ। ਇਹ ਬੇਸਿਕ ਕਨਸੈਪਟਸ ਹੈ ਹਰ ਧਰਮ ਦੇ, ਤੇ ਉਹ ਤਾਂ ਸਾਰਿਆਂ ਕਿਤੇ ਸੇਮ ਹੈ, ਪਰ ਤਰੀਕਾ ਹੈ ਮੰਨਣ ਵਾਲਿਆਂ ਦਾ, ਉਹ ਆਪਦੇ ਅਕੋਰਡਿੰਗ ਉਹਨੂੰ ਕਿੱਦਾਂ ਮੋਲਡ ਕਰ ਰਹੇ ਆ, ਉਹ ਤੇ फर्क पैदा। पवित्र शास्त्र बाइबल में क्या लिखा है परमेश्वर के बारे में हमें ये जानने की जरूरत है, ना कि मैं क्या समझता हूं या आप क्या समझते हैं। ਤੁਸੀਂ ਕਿਉਂਕਿ ਉਸ ਮਤ ਨੂੰ ਮੰਨਦੇ ਹੋ ਤਾਂ ਦੱਸੋ देखिएगा बिल्कुल ताही ਤੁਸੀਂ ਦੱਸੋ ਵੀ ਕੀ ਤੁਸੀਂ ਕੀ ਸਮਝਦੇ। पवित्र शास्त्र बाइबल में प्रभु यीशु मसीह कहते हैं कि परमेश्वर आत्मा है, परमेश्वर आत्मा है, और जो उसका सिमरन आत्मा और सच्चाई से करते हैं वो उनके साथ रहता है। सो ही इज अ स्पिरिट, परमात्मा, परमात्मा का मतलब ये होता है कि वो सबसे उत्तम है, और ही इज द फादर ऑफ स्पिरिट, वो आत्माओं का पिता है। और खास करके पवित्र शास्त्र बाइबल में ये लिखा गया है, एक बार मूसा नबी को परमेश्वर ने अपना नाम बताया और कहा आई एम, यानी मैं हूं। जब भी हम लोग मैं हूं कहते हैं तो हमारे जैसे हम लोग कहते हैं व्हाट इज योर नेम, हम कहते हैं आई एम, ये इंग्लिश में आई एम कौन है। ਤਾਂ ਜਦੋਂ ਤੁਸੀਂ ਕਹਿ ਰਹੇ ਹੋ ਕਿ ਪਰਮੇਸ਼ਵਰ ਨੇ ਆਪਣਾ ਨਾਮ ਦੱਸਿਆ, ਤਾਂ ਕੀ ਤੁਹਾਡੇ ਮੁਤਾਬਕ ਪਰਮੇਸ਼ਵਰ ਦਾ ਕੋਈ ਆਕਾਰ ਹੈ, ਕੋਈ ਰੂਪ ਹੈ, ਕੋਈ ਰੰਗ ਹੈ? पवित्र शास्त्र बाइबल में फिर से बहुत सी ऐसी वर्सेस हैं, उसमें ये लिखा गया है कि परमेश्वर सुनता है। पवित्र शास्त्र बाइबल में 1400 बार आया कि परमेश्वर ने कहा। अगर यार सही दसा ਤੁਹਾਨੂੰ ਯਾਰ, ਇਹ ਬੰਦਾ ਨਾ ਬਹੁਤ ਹੀ ਕੱਚਾ ਹਜੇ, ਇਹਨੂੰ ਖੁਦ ਨਹੀਂ ਪਤਾ ਕ੍ਰਿਸਚੈਨਿਟੀ ਦੇ ਬਾਰੇ, ਕਿਉਂਕਿ ਧਰਮ ਸਾਰੇ ਬਹੁਤ ਹੀ ਸੋਹਣੇ ਹੁੰਦੇ ਆ, ਠੀਕ ਹੈ। ਕ੍ਰਿਸਚਨ ਧਰਮ ਦੇ ਵੀ ਜੋ ਸਿਧਾਂਤ ਹੈ ਨਾ, ਬਹੁਤ ਵਧੀਆ ਸਿਧਾਂਤ ਨੇ, ਇਹਨੂੰ ਐਕਸਪਲੇਨ ਨਹੀਂ ਕਰਨਾ ਆ ਰਿਹਾ, ਕਿਉਂਕਿ ਇਹਨੂੰ ਖੁਦ ਨਹੀਂ ਪਤਾ ਇਸ ਬੰਦੇ ਨੂੰ, ਠੀਕ ਹੈ। ਸੋ ਇੱਥੇ ਆਈ ਐਮ ਸੌਰੀ ਟੂ ਸੇ ਬਟ ਬਾਈ ਨੇ ਡਿਸਪੁਆਇੰਟ ਕੀਤਾ ਯਾਰ। उसने कहा कि वो किसे रूप या रंग च है। देखिए मैं आपको वही बता रहा हूँ, मैं ये जानना चाह रहा हूँ, मैं आपको वही बता रहा हूँ। पवित्र शास्त्र बाइबल में 1400 प्लस बार ये लिखा गया कि नबी आए और उन्होंने कहा कि मुझे यहोवा परमेश्वर ने ये कहा। अगर उसने कहा है तो वो बोलता है। अगर पवित्र शास्त्र बाइबल में लिखा है कि मिस्रियों के चंगुल में फंसे हुए इजराइलियों ने परमेश्वर को पुकारा और परमेश्वर ने उनकी सुनी, तो इसका मतलब है उसके कान भी हैं, किसी आकार भी है, किसी आकार च कान भी है। तुसी कह रहे हो, देखिए मैं आपको वही कह रहा हूं, पर पवित्र शास्त्र बाइबल ने लिखा है यार, ये बंदा ना एक्सप्लेन ਇਹਨੂੰ ਬਿਲਕੁਲ ਨਹੀਂ ਕਰਨਾ ਆ ਰਿਹਾ, ਸੱਚੀ ਸੀਰੀਅਸਲੀ ਯਾਰ, ਵੈਰੀ ਡਿਸਪੁਆਇੰਟਿੰਗ। ਮਤਲਬ ਤੁਸੀਂ ਉੱਥੇ ਬੈਠ ਕੇ ਇੱਕ ਧਰਮ ਨੂੰ ਰਿਪਰੈਜ਼ੈਂਟ ਕਰ ਰਹੇ ਹੋ, ਪਹਿਲਾਂ ਆਪਣੇ ਆਪ ਨੂੰ ਇੰਨੇ ਕਾਬਲਤਾ ਬਣਾਓ ਕਿ ਤੁਹਾਨੂੰ ਉਹਦਾ ਅਸਲ ਡੈਫੀਨੇਸ਼ਨ ਪਤਾ ਹੋਵੇ। ਸਤਨਾਮ ਕਰਤਾ ਪੁਰਖ
ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰ ਪ੍ਰਸਾਦ। ਲਿਟਰਲ ਮੀਨਿੰਗ ਦੱਸਣ ਦੀ ਮੈਨੂੰ ਲੋੜ ਨਹੀਂ ਹੈ, ਤੁਹਾਨੂੰ ਪਤਾ ਹੋ ਤੁਸੀਂ ਜਿਸ ਪੋਜੀਸ਼ਨ ਤੇ ਪਹੁੰਚੇ ਹੋ। ਜੀ ਜੀ ਜੀ। ਉਹ ਜਿਹੜਾ ਕਿਸੇ ਜਨਮ ਮਰਨ ਤੋਂ ਮੁਕਤ ਹੈ, ਜਿਹਦਾ ਕੋਈ ਆਕਾਰ ਨਹੀਂ ਹੈ, ਜਿਹਨੂੰ ਕਿਸੇ ਦਾ ਭੈ ਨਹੀਂ ਹੈ, ਜਿਹੜਾ ਕਿਸੇ ਤੋਂ ਡਰਦਾ ਨਹੀਂ ਹੈ, ਜਿਹਦਾ ਕੋਈ ਦੁਸ਼ਮਣ ਨਹੀਂ ਹੈ, ਜਿਹੜਾ ਕਰਤਾ ਹੈ ਸ੍ਰਿਸ਼ਟੀ ਦਾ, ਉਹ ਪ੍ਰਮਾਤਮਾ ਹੈ, ਉਹ ਰੱਬ ਹੈ, ਉਹ ਪਰਮੇਸ਼ਵਰ ਹੈ। ਤੁਸੀਂ ਅੱਜ ਇੱਕ ਨਵੀਂ ਗੱਲ ਮੈਨੂੰ ਦੱਸ ਰਹੇ ਹੋ ਜੋ ਮੇਰੇ ਲਈ ਹੈ ਕਿ ਬਾਈਬਲ ਇਹ ਮੰਨਦੀ ਹੈ, ਤੁਸੀਂ ਕਹਿ ਰਹੇ ਹੋ। ਤੁਹਾਨੂੰ ਵੀ ਹੋ ਸਕਦਾ ਕੱਲ ਨੂੰ ਕੋਈ ਚੈਲੰਜ ਕਰਕੇ ਨਵੀਂ ਥਿਊਰੀ ਈਸਾਈ ਮਤ ਚੋਂ ਆ ਕੇ ਕਹਿ ਦੇ, ਤਾਂ ਮੈਂ ਕਹਿ ਰਿਹਾ ਤੁਸੀਂ ਕਹਿ ਰਹੇ ਹੋ। ਮੈਂ ਨਹੀਂ ਕਹਿ ਰਿਹਾ ਬਾਈਬਲ ਕਹਿ ਰਹੀ ਹੈ, ਕਿਉਂਕਿ ਮੈਂ ਬਾਈਬਲ ਨਹੀਂ ਪੜ੍ਹੀ, ਨਾ ਮੈਂ ਵਰਸਸ ਪੜ੍ਹੇ ਨੇ। ਤੁਸੀਂ ਕਹਿ ਰਹੇ ਹੋ ਕਿ परमात्मा ਦੇ ਕੰਨ ਨੇ, ਤਾਂ मतलब ਉਹਦਾ ਤਾਂ आकार है, ਉਹਦਾ रूप है, रंग है। मैंने आपको ये कहा कि जैसे हम लोग एक फिजिकल आकार के अंदर हैं, हम लोग अपने परमात्मा फिजिकल आकार नहीं, जैसे मैं यही बात कह रहा हूँ। जैसे मान लीजिए यहाँ से ये अभी उड़ के गया या ड्रोन उड़ के आया, तो अगर हमसे पहले वाले व्यक्ति हैं, अगर वो ड्रोन को देखते तो क्या लिखते? वो कहेंगे कि उड़ने वाली चीज जा रही है। लेकिन हमारे समझने की परिभाषा में हम लोग ये कह सकते हैं कि भाई साहब एक उड़ने वाली चीज थी जिसको आज के युग में ड्रोन कहा जाता है। तो आम दर्शकों के सुनने के लिए, समझने के लिए मैंने ये कहा कि अगर वो सुनता है, समझता है, तो उसके सुनने की सामर्थ्य है। इसका मतलब ये नहीं उसके कान का आकार ये है, इसका मतलब ये नहीं कि उसकी आंख का आकार ये है। पवित्र शास्त्र भाई फिर ਸਿੱਧੇ ਤੌਰ ਤੇ ਜਵਾਬ ਦੇਣਾ, ਫਿਰ ਉਹ ਰੈਫਰੈਂਸ ਕਿਉਂ ਦਿੱਤਾ? ਉਸ ਹਿਸਾਬ ਨਾਲ ਤਾਂ ਹੁਣ ਅਸੀਂ ਵੀ, ਜਿਵੇਂ ਆਪਾਂ ਗੁਰਬਾਣੀ ਦੇ ਵਿੱਚ ਪੰਕਤੀ ਮੈਨੂੰ ਯਾਦ ਆ ਰਹੀ ਹੈ, ਪੂਰੀ ਯਾਦ ਨਹੀਂ ਆ ਰਹੀ, ਜਿੱਦਾਂ ਆਪਾਂ ਲਿਖਦੇ ਹਾਂ ਸੁਣੀ ਪੁਕਾਰ ਕੁਛ ਇੱਦਾਂ, ਮੈਂ ਗਲਤ ਨਹੀਂ ਬੋਲਣਾ ਚਾਹੁੰਦਾ, ਠੀਕ ਹੈ, ਲਾਈਨ ਮੈਨੂੰ ਯਾਦ ਨਹੀਂ, ਪਰ ਸੁਣੀ ਪੁਕਾਰ ਤੋਂ ਸ਼ੁਰੂ ਹੁੰਦਾ। ਤਾਂ ਸੁਣੀ ਪੁਕਾਰ ਜੇਕਰ ਆਪਾਂ ਗੱਲ ਕਰਦੇ ਹਾਂ ਤਾਂ ਫਿਰ ਉਹ ਬੰਦਾ, ਹੁਣ ਮੇਰੇ ਵਰਗਾ ਬੰਦਾ ਬਹਿ ਜੇ ਤੇ ਮੈਂ ਵੀ ਕਹਾਂ ਕਿ ਸਿੱਖ ਧਰਮ ਦੇ ਅਕੋਰਡਿੰਗ ਬਈ ਰੱਬ ਦੇ ਕੰਨ ਹੈਗੇ। ਯਾਰ ਡੈਫੀਨੇਟ ਸਹੀ ਢੰਗ ਨਾਲ ਕਰੋ। ਤੁਸੀਂ ਲੋਕਾਂ ਨੂੰ, ਜਨਤਾ ਨੂੰ ਗੁੰਮਰਾਹ ਕਰ ਰਹੇ ਹੋ। ਜੇ ਤੁਹਾਨੂੰ ਇੱਦਾਂ ਦੇ ਕਾਊਂਟਰ ਕੁਐਸਚਨਸ ਕੀਤੇ ਜਾਣ ਤੇ ਤੁਸੀਂ 1 ਮਿੰਟ ਨਾ ਟਿਕੋ। ਇਹ ਜਿੰਨੇ ਵੀ ਪਾਸਟਰਸ ਆ ਪੰਜਾਬ ਦੇ ਅੱਜ ਦੇ, ਜਿਹੜੇ ਮਤਲਬ ਇਸ ਇਹੋ ਜਿਹੀ ਐਕਸਪਲੇਨੇਸ਼ਨ ਦੇ ਕੇ ਨਾ ਲੋਕਾਂ ਨੂੰ ਤੇ ਆਪਦੇ ਵੱਲ ਜਿਹੜਾ ਕੋਸ਼ਿਸ਼ ਕਰਦੇ ਆ ਕਰਨ ਦੀ, ਮਤਲਬ ਮੈਂ ਤੁਹਾਨੂੰ ਅੱਗੇ ਵੀ ਕਿਹਾ ਕਿ ਯਾਰ ਲੋਕਾਂ ਨੂੰ ਆਜ਼ਾਦੀ ਹੈ ਧਰਮ ਮੰਨਣ ਦੀ, ਪਰ ਗੱਲ ਇਹ ਹੈ ਕਿ ਉਹਨਾਂ ਨੂੰ ਵਰਗਲਾਇਆ ਨਾ ਜਾਵੇ। है कि यूहन्ना नबी ने कहा कि एक दिन मैं आत्मा में आ गया और मैं स्वर्ग में उठाया गया और मैंने देखा कि 7 दीवट थे और उन दीवटों के बीच में एक मनुष्य सरीखा चला हुआ आ रहा था। उसके जो पांव थे वो पूरे पीतल के थे, उसकी जो आंखें थी वो पूरी तरह से ज्वाला की थी और उसके शरीर पर पटुका बांधा हुआ था। उसके बाल जो थे ऊन की तरह सफेद थे। तो यूहन्ना नबी ने कहा कि मैं मुर्दों की तरह उसके आगे गिर गया। तो प्रभु यीशु मसीह ने उससे कहा कि तू उठ, डर मत, क्योंकि मैं जो था, जो हूं, वो आने वाला हूं। मैं मर गया था लेकिन आज मैं युगानुयुग जीवित हूं और स्वर्ग और पृथ्वी की, जो नरक और पृथ्वी की कुंजियां जो है, स्वर्ग की कुंजियां मुझे दी गई हैं। ये डिफाइन जो है वो पवित्र शास्त्र बाइबल में, रेवलेशन में, प्रकाशित वाक्य में साफ तौर पर लिखा गया है कि हम लोग जिसको मानते हैं, जिसकी उपासना करते हैं, वो जीवित है, वो मरा हुआ नहीं है। वो मर जरूर गया था सलीब पर। कौन मर गया सी? प्रभु यीशु मसीह की बात कर रहा हूं। अच्छा। और उन प्रभु यीशु मसीह मर जरूर गए थे लेकिन आज वो युगान युग जीवित है। पवित्र शास्त्र बाइबल में लिखा है कि परमेश्वर को किसी ने नहीं देखा। पवित्र शास्त्र में लिखा है परमेश्वर को किसी ने नहीं देखा, लेकिन उसके इकलौते पुत्र ने जो उसके सामने सन ऑफ गॉड, मैं जो ਤੁਹਾਨੂੰ ਪਹਿਲਾਂ ਦੱਸਿਆ ਸੀ, प्रकट किया है। किसके पुत्र ने? प्रभु यीशु मसीह, परमेश्वर के इकलौते पुत्र। पवित्र शास्त्र बाइबल में ये लिखा गया है कि, मतलब ਤੁਸੀਂ ਕਹਿ ਰਹੇ ਹੋ ਕਿ ਉਸ ਪਰਮਾਤਮਾ ਦਾ ਇੱਕੋ ਹੀ ਪੁੱਤਰ ਹੈ, ਉਹ ਪ੍ਰਭੂ ਯਿਸੂ ਮਸੀਹ ਨੇ ਜੀ। ਇਹ ਪਵਿੱਤਰ ਸ਼ਾਸਤਰ ਬਾਈਬਲ में नहीं, ਇੰਨੇ ਨਬੀ ਜਿਹੜੇ ਆਏ ਨੇ, ਪੈਗੰਬਰ ਆਏ ਨੇ, ਅਬਰਾਮਿਕ ਰਿਲੀਜਨਸ ਦੇ ਕਾਮਨਲੀ ਜਿਹੜੇ ਤੁਸੀਂ ਬਹੁਤ ਸਾਰੇ ਨੇ, ਮੈਂ ਨਾਮ ਨਹੀਂ ਲੈਣਾ ਚਾਹੁੰਦਾ, ਫਿਰ ਉਹ ਆਪੋਸ ਚ ਨਹੀਂ ਪੈਣਾ ਚਾਹੁੰਦੇ। ਤਾਂ ਤੁਸੀਂ ਕਹਿ ਰਹੇ ਹੋ ਕਿ ਸਿਰਫ ਯਿਸੂ ਮਸੀਹ ਹੀ ਉਸ परमात्मा ਦੇ ਇਕਲੌਤੇ फिर वही बात मैं नहीं कह रहा, बाइबल कह रही है, पवित्र शास्त्र बाइबल कह रही है, इसको समझने की जरूरत है। यूहन्ना 1 अध्याय में लिखा है कि आदि में वचन था, वो आदि में वचन था। कि यीशु दे मैं मेरा एक सवाल आ ਲੈਣ ਦਿਓ, ਤੁਸੀਂ ਇਹ ਦੱਸ ਦੇਣਾ ਕਿ ਯੀशु ਦੇ ਬਰਾਬਰ ਦੇ ਪੈਗੰਬਰ ਇਸ ਦੁਨੀਆ ਤੇ ਹੋਰ ਕੋਈ ਨਹੀਂ ਜੰਮਿਆ? देखिए, पवित्र शास्त्र बाइबल में लिखा है कि आदि में वचन था, वचन परमेश्वर के साथ था और वचन ही परमेश्वर था और वचन देहधारी हुआ।
वचन शब्द के द्वारा इस पृथ्वी की रचना की गई है, इस पूरे संसार की रचना की गई है। प्रभु यीशु मसीह परमेश्वर के मुंह से निकले हुए शब्द हैं, वचन है, और उन्होंने इस जगत में देह धारणा की है। अब ये डेफिनेशन सृष्टि ਤਾਂ ਪ੍ਰਭੂ ਯਿਸੂ ਮਸੀਹ ਦੇ ਇੱਥੇ ਆਉਣ ਤੋਂ ਹਜ਼ਾਰਾਂ ਸਾਲ ਪਹਿਲਾਂ ਤੋਂ ਬਣੀ है। यही बात मैं आपको बता रहा हूं कि उत्पत्ति में जहां जब सृष्टि का जिक्र जो आता है कि सृष्टि की रचना कैसे हुई है, तो आप उत्पत्ति पहले अध्याय में देख सकते हैं, जहां से पवित्र शास्त्र बाइबल शुरू होती है। पवित्र शास्त्र बाइबल की पहली 5 पुस्तकें मूसा नबी ने लिखी हैं, और मुस्लिम भाई भी पहली 5 पुस्तकों को मानते हैं क्योंकि वो भी कुरान शरीफ के अंदर है। और उसमें ये लिखा गया है कि परमेश्वर ने आदि में पृथ्वी और स्वर्ग और पृथ्वी की संरचना की है, और अपने वचन के द्वारा परमेश्वर ने कहा कि उजाला हो जा, और उजाला हो गया। तो परमेश्वर ने जिस किसी भी चीज की सृष्टि की है उसको अपने वचन के द्वारा की गई है, वचन के द्वारा किया है। और इसी तरह से यूहन्ना नबी ये कहते हैं कि ये वही वचन है जो परमेश्वर के मुख से निकला और इस पृथ्वी के ऊपर हमारे इंसानों के बीच में वो आया, देह धारणा की, और उसने डेरा किया। आज आप यकीन कीजिए, आज बहुत सारे ऐसे लोग हैं जो अलग अलग तर्क संगत से परमेश्वर को जानने की कोशिश करते हैं, लेकिन कभी भी तर्क जो है वो कभी भी प्रबल नहीं हो सकता अध्यात्म के ऊपर। ये सदियों से होता आया है। साइंस जब जितनी मर्जी तरक्की कर ले, लेकिन जब तक उसके अंदर जो है, जो उसके अंदर से आवाज दे रहा है। गल ही नहीं कर रहा मैं बात कर रहा हूं, मैं तो धर्म की गल ही कर रहा हूं, मैं साइंस की किते गल नहीं की। नहीं, मैं तर्क की बात की। मैं तो ਤੁਹਾਨੂੰ ਐਬਰਾਹਮਿਕ ਵਰਸਸ ਨਾਨ ਐਬਰਾਹਮਿਕ ਰਿਲੀਜੀਅਨਸ ਦੇ ਥਾਟ ਤੇ ਵੀ ਚਰਚਾ ਕਰ ਲੈਣਾ ਕਿ ਆਪਾਂ ਇਹ ਤੁਸੀਂ ਐਬਰਾਹਮਿਕ ਦੀ ਗੱਲ ਕਰ ਰਹੇ ਹੋ, ਤੁਸੀਂ ਅੱਜ ਕਹਿ ਰਹੇ ਹੋ ਕਿ ਮੁਸਲਮਾਨ ਭਰਾ ਵੀ ਮੰਨਦੇ ਨੇ। ਮੈਂ ਕਹਿੰਦਾ ਮੈਨੂੰ ਨਹੀਂ ਪਤਾ ਉਹ ਮੰਨਦੇ ਕਿ ਨਹੀਂ ਮੰਨਦੇ। ਤੁਸੀਂ ਕਹਿ ਰਹੇ ਹੋ ਇਸਲਾਮ ਦੇ ਵਿੱਚ ਜੀਸਸ ਨੂੰ ਸਨ ਆਫ ਗॉड ਨਹੀਂ ਮੰਨਿਆ ਜਾਂਦਾ। ਮੰਨ ਲੈਣਾ ਕਿ ਤੁਸੀਂ ਠੀਕ ਹੀ ਕਹਿ ਰਹੇ ਹੋ, ਉਹਨਾਂ ਨੂੰ ਇੱਕ ਪੈਗੰਬਰ ਹੀ ਮੰਨਿਆ ਜਾਂਦਾ ਪਹਿਲੀ ਪੁਸਤਕ ਜੀ, ਜਿਵੇਂ ਬਾਕੀ ਪੈਗੰਬਰ। ਇਹਨੂੰ ਐਕਸਪਲੇਨ ਕਰ ਦਿਓ, ਫਿਰ मैं आगे सवाल लेके आना। जी मैं आपको यही बात बता रहा हूं कि पवित्र शास्त्र बाइबल में ये एक भविष्यवाणियां है। देखिए, उत्पत्ति से लेकर मलाकी तक पुराना नियम है, और फिर आगे से नया नियम स्टार्ट होता है। पुराने नियम के अंदर बिल्कुल शुरुआत में एक ऐसी भविष्यवाणी हुई थी कि जगत के अंदर जब पाप बढ़ जाएगा, जब बहुत सारा कुछ हो जाएगा, तब स्वयं परमेश्वर को इस जगत के लोगों को पाप से छुड़ाने के लिए इस जगत में एक रूप धारण करके आना होगा, और वो परमेश्वर का इकलौता बेटा होगा। और पुराने नियम में प्रभु यीशु मसीह जी से हजारों साल पहले, आपने इब्राहिम की बात की है, संत इब्राहिम प्रोफेसी करते हैं कि परमेश्वर कब इकलौता पुत्र इस पृथ्वी पर आने वाला है। आप मूसा जी की बात करते हैं, मूसा जी ने भी ये बात कही, और आप आगे चलते रहिए, उसमें से हर एक नबी के मुख से ये निकला कि राजा दाऊद ने ये बात कही, जिसको डेविड कहा जाता है, उन्होंने ये बात कही कि एक आने वाला है। यशाया नबी ने ये कहा एक आने वाला है। कहाँ वो पैदा होगा, कैसे वो पैदा होगा, और कैसा वो दिखेगा। ਇਹਨਾਂ ਨੇ ਗਲਤ ਕਨਵੇ ਕਰ ਰਹੇ ਇਸ ਚੀਜ਼ ਨੂੰ। ਇਸਲਾਮ ਦੇ ਵਿੱਚ ਹਾਂ ਜ਼ਰੂਰ ਮੰਨਿਆ ਜਾਂਦਾ ਹੈ ਕਿ ਜੋ ਮਤਲਬ ਇੱਕ ਪ੍ਰੋਫਿਟ ਆਉਣਗੇ, ਜੀਸਸ ਆਉਣਗੇ, ਠੀਕ ਹੈ। ਉਹ ਇਹ ਨਹੀਂ ਮੰਨਿਆ ਗਿਆ ਕਿ ਆ ਚੁੱਕੇ ਹੈ, ਉਹ ਆਉਣਗੇ। ਜੋ ਕਦੋਂ ਆਉਣਗੇ? ਜਦੋਂ ਦੱਜਾਲ ਆਇਆ। ਇਸਲਾਮ ਦੇ ਅਕੋਰਡਿੰਗ ਇਹ ਹੈ। ਦੱਜਾਲ ਕੌਣ ਹੈ? ਇੱਕ ਸ਼ੈਤਾਨ ਹੈ ਜਿਹੜਾ ਉਦੋਂ ਦੁਨੀਆ ਤੇ ਹਾਵੀ ਹੋ ਜਾਏਗਾ, ਠੀਕ ਹੈ। ਜਦੋਂ ਸਾਰੇ ਪਾਸੇ ਕਿਤੇ ਮਤਲਬ ਤੁਹਾਨੂੰ ਝੂਠ, ਫਰੇਬ, ਕਤਲ, ਮਰਡਰ, ਸਾਜ਼ਿਸ਼ਾਂ ਤੇ ਪਾਪ ਸਭ ਕੁਝ ਇਹੀ ਦਿਖੂਗਾ ਤੁਹਾਨੂੰ, ਉਦੋਂ ਕਹਿੰਦੇ ਜੋ ਉਹ ਨਬੀ ਜਿਹੜਾ ਦੁਬਾਰਾ ਆਉਣਗੇ। ਤੇ ਪਰ ਇਹ ਇੱਥੇ ਇਹਨਾਂ ਨੇ ਜੋ ਪਹਿਲਾਂ ਜਦੋਂ ਜੀਸਸ ਆਏ ਸੀਗੇ ਤਾਂ ਇਹਨਾਂ ਨੇ ਉਸ ਚੀਜ਼ ਨੂੰ ਉਹਦੇ ਨਾਲ ਹੀ ਜਿਹੜਾ ਮਰਜ ਕਰਤਾ। हरेक चीज पहले ही डिफाइन थी। तो पवित्र शास्त्र बाइबल में ये ब्यूटी है, जो 40 ऑथर्स ने पवित्र शास्त्र बाइबल को लिखा है, अलग अलग कॉन्टिनेंट में, अलग अलग चीज जगह और अलग अलग समय में लिखा, लेकिन वो सारे के सारे एक ही मत पर सहमत थे कि एक आने वाला है जो इस पृथ्वी पर लोगों के पाप के लिए अपना बलिदान देगा। और जब प्रभु यीशु मसीह जी को लिखने से पहले 4 गॉस्पेल है, मत्ती, मरकुस, लूका, यूहन्ना, इन चारों में जब प्रभु यीशु मसीह जी का जिक्र किया गया तो वो तमाम प्रोफेसीज जो हजारों साल पहले हुई थी वो पूरी हुई है। त्रेता दे विच शिव जी आए, द्वापर च कृष्ण जी आए, कलयुग च गुरु नानक आए, वो परमात्मा दे पुत्र नहीं सीगे। इस बात पे मैं फिर आपसे फिर मैं बात करूंगा
फिर बात कि करूंगा मैं मतलब पवित्र शास्त्र बाइबल का प्रचार करता हूं और मेरा जो ज्ञान है वो यहीं तक सीमित है और मैं अच्छा हूं ना, इस पे मैं कोई बात करना चाहता ਤਾਂ हूं। ਹੋ ਸਕਦਾ ਹੈ ਕਿ ਤੁਸੀਂ ਜਦੋਂ ਤੱਕ ਕੰਟੈਂਪਰੇਰੀ ਰਿਲੀਜਨ ਨੂੰ ਪੜੋਗੇ ਨਹੀਂ, ਜਦੋਂ ਤੱਕ ਤੁਸੀਂ ਉਸ ਥਾਟ ਪ੍ਰੋਸੈਸ ਨੂੰ ਸਮਝੋਗੇ ਨਹੀਂ, ਤੁਸੀਂ ਵੀ ਤਾਂ ਪਹਿਲਾਂ ਮੈਨੂੰ ਦੱਸ ਰਹੇ ਸੀ ਕਿ ਕਾਮਰੇਡ ਪਰਿਵਾਰ ਤੋਂ ਸੀ ਔਰ ਫਿਰ ਤੁਹਾਡਾ 18 ਸਾਲ ਪਹਿਲਾਂ ਇਹ ਸਪਿਰਿਚੁਅਲ Encounter। ਤਬਦੀਲੀ ਹੋਈ, बिल्कुल। ਤੁਸੀਂ ਈਸਾਈ ਮਤ ਚੁਣਿਆ। ਤਾਂ ਜੇ ਤੁਸੀਂ ਦੂਜੇ ਮਤ ਅਜੇ ਪੜ੍ਹੇ ਨਹੀਂ ਹੈ, ਇਸਲਾਮ ਪੜ੍ਹਿਆ ਨਹੀਂ ਤੁਸੀਂ, गुड क्वेश्चन। ਤੁਸੀਂ ਹਜ਼ਰਤ ਸਾਹਿਬ ਨੂੰ ਨਹੀਂ ਪੜ੍ਹਿਆ ਅਜੇ ਤੱਕ, नहीं, ਹਦੀਸ। मैंने ये नहीं कहा कि मैंने पढ़ा नहीं है। ਹੂੰ, I'm a बाइबल टीचर। ਤੁਸੀਂ मैं ਹਦੀਸ theology ਪੜ੍ਹਿਆ। मैं थियोलॉजी का टीचर हूँ। हदीस का मतलब क्या होता है आपको पता है कि वो एक ऐसी पुस्तक है, ऐतिहासिक चीजें उसमें लिखी हैं जिसको कुरान शरीफ की आयतें समझने के लिए इस्तेमाल किया जाता जी। है। तो मैंने पढ़ा है, लेकिन इस बात को अब समझने की कोशिश करें कि हमारा जो अभी फोकस्ड है या मैंने अपनी लाइफ का जो फोकस किया है वो प्रभु यीशु मसीह जी के प्रचार तक ही सीमित है, लेकिन जो दुनिया में आसपास हो ਮੈਂ ਤੁਹਾਨੂੰ ਕਹਿਣਾ ਕਿ ਬੰਦੇ ਨੂੰ ਐਕਸਪਲੇਨ ਨਹੀਂ ਕਰਨਾ ਆ ਰਿਹਾ ਇੱਥੇ। ਹੁਣ ਮੰਨ ਲਓ ਤੁਹਾਨੂੰ ਕੋਈ ਕੁਐਸਚਨ ਪੁੱਛੇ, ਜਦੋਂ ਤੁਸੀਂ ਇੰਟਰਵਿਊ ਕਰਦੇ ਹੋ 4 ਕੰਟੈਸਟੈਂਟਸ ਦਾ, ਠੀਕ ਹੈ, ਤੇ ਤੁਸੀਂ ਉਹਨਾਂ ਨੂੰ ਕਹੋ ਕਿ ਤੂੰ ਇਸ ਜੌਬ ਲਈ ਤੂੰ ਹੀ ਬੈਸਟ ਕਿਉਂ ਹੈ, ਤੂੰ ਆਪਦੀ ਜੋ ਸਪੈਸ਼ਲਿਟੀਜ਼ ਹੈ ਉਹਨਾਂ ਨੂੰ ਦੱਸੂਗਾ, ਠੀਕ ਹੈ, ਤੇ ਫਿਰ ਬੰਦਾ ਅੱਗੋਂ ਜਿਹੜਾ ਇੰਟਰਵਿਊ ਲੈ ਰਿਹਾ ਉਹ ਕਾਊਂਟਰ ਕਰੂਗਾ, ਕਹੂਗਾ ਕਿ ਇਹ ਚੀਜ਼ ਤਾਂ ਮੇਰੇ ਕੋਲ ਆਲਰੇਡੀ ਹੈ, ਠੀਕ ਹੈ, ਤੇ ਤੂੰ ਮੈਨੂੰ ਦੱਸ ਵੀ ਤੂੰ ਹੀ ਬੈਸਟ ਕਿਉਂ ਹੈ। ਤਾਂ ਉਹ ਰੈਫਰੈਂਸ ਲਊਗਾ ਨਾ ਫਿਰ ਕਿ ਸਰ ਮਤਲਬ ਉਹ ਇਹ ਚੀਜ਼ ਯੂਜ਼ ਕਰਦੇ ਆ, ਮੈਂ ਇਹ ਯੂਜ਼ ਕਰੂੰਗਾ, ਮੈਂ ਆਹ ਕਰੂੰਗਾ, ਉਹ ਕਰੂੰਗਾ, ਕੁਝ ਸਪੈਸ਼ਲ ਚੀਜ਼ ਦੱਸਦੇ ਆ, ਐਕਸਪਲੇਨ ਕਰਦੇ ਸਹੀ ਢੰਗ ਨਾਲ, ਫਿਰ ਹੀ ਉਹਨਾਂ ਨੂੰ ਜੋਬ ਮਿਲੂਗੀ, ਜੇ ਨਹੀਂ ਕਰਨਗੇ ਤਾਂ ਨਹੀਂ। ਹੁਣ ਜਦੋਂ ਇਹਨਾਂ ਨੇ ਕੁਐਸਚਨ ਪੁੱਛਿਆ ਕਿ ਬਾਕੀ ਰੱਬ ਦੇ ਪੁੱਤਰ ਨਹੀਂ ਗੇ, ਠੀਕ ਹੈ, ਇਹਨਾਂ ਸਾਰਿਆਂ ਧਰਮਾਂ ਦੀ ਗੱਲ ਕੀਤੀ, ਜਦੋਂ ਕੁਐਸਚਨ ਪੁੱਟ ਕੀਤਾ ਗਿਆ ਤਾਂ ਬਾਈ ਨੂੰ ਆਨਸਰ ਨਹੀਂ ਆਇਆ। ਉਹ ਹੁਣ ਇੱਥੇ ਕਿੱਡੀ ਵੱਡੀ ਉਹ ਚੀਜ਼ ਗੱਲ ਹੈ ਕਿ ਤੁਸੀਂ ਇਸ ਲੈਵਲ 'ਤੇ ਜਾ ਕੇ ਜੇਕਰ ਤੁਸੀਂ ਰਿਪਰੈਜ਼ੈਂਟ ਕਰ ਰਹੇ ਹੋ ਆਪਣੇ ਧਰਮ ਨੂੰ, ਤਾਂ ਘੱਟੋ ਘੱਟ ਤੁਹਾਨੂੰ ਇੰਨੀ ਕੁ ਤਾਂ ਨੌਲੇਜ ਹੋਣੀ ਚਾਹੀਦੀ ਹੈ ਕਿ ਇਹਨਾਂ ਸਾਰਿਆਂ ਨੂੰ ਆਪਾਂ ਮੈਸੇਂਜਰ ਆਫ ਗੋਡ ਕਹਿੰਦੇ ਹਾਂ, ਠੀਕ ਹੈ। ਹਿੰਦੂਜ਼ਮ ਦੇ ਵਿੱਚ ਆਪਾਂ ਇਹਨਾਂ ਨੂੰ ਭਗਵਾਨ ਕਹਿ ਕੇ ਜੋ ਸੰਬੋਧਿਤ ਕਰਦੇ ਹਾਂ। ਹਿੰਦੂ ਧਰਮ ਵਿੱਚ ਵੀ ਮੰਨਿਆ ਇਹੀ ਜਾਂਦਾ ਹੈ ਕਿ ਰੱਬ ਇੱਕ ਹੈ, ਠੀਕ ਹੈ, ਰੱਬ ਇੱਕ ਹੈ, ਅਤੇ ਰੱਬ ਨੇ ਹੀ ਅੱਗੋਂ ਜਿਹੜਾ ਕਹਿ ਲਓ ਕਿ ਬ੍ਰਹਮਾ ਜੀ, ਵਿਸ਼ਨੂੰ ਜੀ, ਮਹੇਸ਼ ਜੀ ਨੂੰ ਪੈਦਾ ਕੀਤਾ ਅਤੇ ਉਹਨਾਂ ਨੇ ਅੱਗੇ ਸ੍ਰਿਸ਼ਟੀ ਸਾਜੀ, ਠੀਕ ਹੈ। ਇਹ ਆਪਾਂ ਇਹ ਮੰਨਦੇ ਹਾਂ। ਇਸਲਾਮ ਦੇ ਵਿੱਚ ਕਿਹਾ ਜਾਂਦਾ ਕਿ ਸਾਰੇ ਪੈਗੰਬਰ ਨੇ, ਸਾਰੇ ਨਬੀ ਆਏ ਨੇ, ਅਤੇ ਸਿੱਖਾਂ ਦੇ ਵਿੱਚ ਕਿਹਾ ਜਾਂਦਾ ਕਿ ਸਾਡੇ 10 ਗੁਰੂ ਸਾਹਿਬਾਨ ਹੈ ਜਿਨ੍ਹਾਂ ਨੂੰ ਆਪਾਂ ਮੈਸੇਂਜਰ ਆਫ ਗੋਡ ਕਹਿ ਕੇ ਹੀ ਸੰਬੋਧਿਤ ਕਰਦੇ ਹਾਂ, ਠੀਕ ਹੈ। ਰੱਬ ਮਤਲਬ ਜਿਹੜੇ ਮੇਨ 3 ਰਿਲੀਜਨ ਹੈ, ਤਿੰਨਾਂ ਦੇ ਵਿੱਚ ਇਹੀ ਗੱਲ ਕਹੀ ਗਈ ਹੈ ਕਿ ਰੱਬ ਦਾ ਕੋਈ ਆਕਾਰ ਨਹੀਂ, ਕੋਈ ਰੰਗ ਨਹੀਂ, ਕੋਈ ਰੂਪ ਨਹੀਂ। ਸਿਰਫ ਇੱਕ ਕ੍ਰਿਸਚੈਨਿਟੀ ਦੇ ਵਿੱਚ ਇਹ ਗੱਲ ਜ਼ਰੂਰ ਕਹੀ ਜਾਂਦੀ ਹੈ ਕਿ ਜੀਸਸ ਨੂੰ ਸਨ ਆਫ ਗੋਡ ਕਿਹਾ ਜਾਂਦਾ ਹੈ, ਪਰ ਮੈਂ ਇੱਥੇ ਕੋਈ ਉਹਨਾਂ 'ਤੇ ਕਿੰਤੂ ਪ੍ਰੰਤੂ ਨਹੀਂ ਕਰ ਰਿਹਾ, ਮੈਂ ਨਾ ਹੀ ਧਰਮ 'ਤੇ ਕੋਈ ਕਿੰਤੂ ਪ੍ਰੰਤੂ ਕਰ ਰਿਹਾ। ਮੈਂ ਜਿੱਦਾਂ ਤੁਹਾਨੂੰ ਅੱਗੇ ਕਿਹਾ, ਆਈ ਹੈਵ ਲੋਟਸ ਆਫ ਰਿਸਪੈਕਟ ਫੋਰ ਕ੍ਰਿਸਚੈਨਿਟੀ, ਈਸਾਈ ਮਤ ਲਈ। ਈਸਾਈ ਮਤ ਨੂੰ ਜਿਹੜੇ ਲੋਕ ਮੰਨ ਰਹੇ ਹੈ, ਮੇਰੇ ਬਹੁਤ ਹੀ ਚੰਗੇ ਮਿੱਤਰ ਨੇ, ਠੀਕ ਹੈ। ਮੇਰੀ ਜਿੱਥੇ ਮੈਂ ਰਹਿ ਰਿਹਾ, ਮੇਰੇ ਨੇਬਰ ਨੇ, ਸਾਡੀ ਬਹੁਤ ਵਧੀਆ ਜਿਹੜੀ ਗੁਫ਼ਤਗੂ ਹੁੰਦੀ ਹੈ ਉਹਨਾਂ ਦੇ ਨਾਲ, ਠੀਕ ਹੈ, ਜਿਹੜੇ ਸਹੀ ਢੰਗ ਨਾਲ ਉਹਨਾਂ ਨੂੰ ਮੰਨਦੇ ਹੈ। ਪਰ ਜਿਹੜੇ ਸਿਰਫ ਇੱਕ ਆਪਦੇ ਫਾਇਦੇ ਦੇ ਲਈ ਸਿਰਫ ਗਰੀਬ ਅਤੇ ਪਿਛੜੇ ਹੋਏ ਜੋ ਲੋਕ ਆ ਉਹਨਾਂ ਨੂੰ ਕਰਾਮਾਤਾਂ ਦਿਖਾ ਕੇ ਵਰਗਲਾ ਕੇ ਆਪਦੇ ਲਈ ਲੈ ਕੇ ਆਉਂਦੇ ਹੈ, ਉਹਨਾਂ ਨੂੰ ਐਕਸਪਲੇਨ ਨਹੀਂ ਕਰਨਾ ਆਉਂਦਾ ਕਿ ਜੀਸਸ ਹੀ ਓਨਲੀ ਸਨ ਆਫ ਗੋਡ ਕਿਉਂ ਹੈ। ਤੁਸੀਂ ਕਿਸੇ ਵਧੀਆ ਜੋ ਸਕੋਲਰ ਹੈ ਕ੍ਰਿਸਚੈਨਿਟੀ ਦਾ, ਉਹਨਾਂ ਨੂੰ ਪੁੱਛੋ, ਤੁਹਾਨੂੰ ਘੱਟੋ ਘੱਟ ਉਹ ਆਪਦੇ ਅਕੋਰਡਿੰਗ ਵਧੀਆ ਡਿਫਾਈਨ ਕਰਕੇ ਤਾਂ ਦੱਸਣਗੇ ਕਿ ਉਹ ਡਿਫਰੈਂਸ ਦੱਸਣਗੇ। ਪਰ ਇੱਥੇ ਭਾਈ ਜੀ ਸੇਫ ਖੇਡ ਰਹੇ ਹੈ ਜਾਂ ਇਹਨਾਂ ਨੂੰ ਖੁਦ ਨੂੰ ਨਹੀਂ ਪਤਾ रहा है, कौन क्या मान रहा है, कैसे मान रहा है, उसके बारे में भी ਫਿਰ हमें ਉਸ सब पता है। ਪ੍ਰਚਾਰ ਚ ਲਾਲਚ ਦੇ ਕੇ ਲੋਕਾਂ ਨੂੰ ਖਿੱਚਣ ਦੀ ਕੀ ਲੋੜ ਹੈ? ਪ੍ਰਚਾਰ ਕਰੋ, कौन सा ਪ੍ਰਚਾਰ ਕਰੋ, ਪੈਸਾ कहाँ ਐਸਾ ਦਿੰਦੇ ਹੋ, ਦਿੱਤਾ ਜਾਂਦਾ ਹੈ, ਫਿਰ ਸਕੂਲਾਂ 'ਚ ਹਰ ਦਿੱਤਾ ਜਗ੍ਹਾ ਜਾਂਦਾ। ਦਿੱਤਾ ਜਾਂਦਾ ਹੈ। कोई FIR दर्ज हुई? FIR ਕਿਵੇਂ ਹੋ ਜਾਊਗੀ? ਕੌਣ ਯਾਰ FIR? ਮੈਨੂੰ ਕੋਈ ਬੰਦਾ ਕਹੇ ਵੀ ਲੈ ਚੱਕ 3 ਲੱਖ ਹੈ, ਤੇ ਮੰਨ ਲਓ ਮੇਰਾ ਕੋਈ ਬਿਜ਼ਨਸ ਸੈਟਲ ਨਹੀਂ, ਮੈਂ ਡਲਾਵਾਂ ਡੋਲ ਹੋਇਆ ਪਿਆ, ਮੇਰੀ ਜ਼ਿੰਦਗੀ ਖਤਮ ਹੋਈ ਪਈ ਹੈ, ਕਰਜ਼ੇ 'ਚ ਮੈਂ ਡੁੱਬਿਆ ਪਿਆ, ਜਵਾਕ ਮੇਰੇ ਨਸ਼ੇ 'ਚ ਮਰੇ ਪਏ ਹੈ, ਠੀਕ ਹੈ, ਤੇ ਮੈਂ FIR ਕਰੂੰਗਾ? ਮੈਂ ਆਪਦਾ ਪਹਿਲਾ ਪੁਆਇੰਟ ਆਫ ਵਿਊ, ਪਹਿਲਾ ਫਾਇਦਾ ਦੇਖੂੰਗਾ ਕਿ ਮੇਰੇ ਕੋਲ ਹੁਣ ਤਾਂ ਪੈਸਾ ਆ ਰਿਹਾ, ਮੈਂ ਇੱਕ ਵਾਰੀ ਤਾਂ ਚਲੋ ਆਹ ਚੀਜ਼ ਕਰਾਂ। FIR ਦਰਜ ਕਰਾਊਗਾ। सरकार आपकी
ਇਲੈਕਸ਼ਨਾਂ 'ਚ ਪੈਸਾ ਵੰਡਿਆ ਜਾਂਦਾ ਆਪ की ना मतलब नहीं आपकी मतलब ਕੀ ਦੀ आपकी सरकार है। ਆਮ ਆਦਮੀ ਪਾਰਟੀ ਦੀ यस, ਕਹਿ ਰਹੇ ਹੋ हाँ जी हाँ जी, ਕਿ ਚੋਣਾਂ 'ਚ ਵੋਟਾਂ 'ਚ Change ਪੈਸਾ हो गया ਦਿੱਤਾ ये। ਜਾਂਦਾ ਹੈ, ਅੱਜ ਤੱਕ ਦਰਜ ਹੋਇਆ? दर्ज हुआ। अभी 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 महाराष्ट्र में क्या हुआ है, महाराष्ट्र में 5 करोड़ देने के लिए बीजेपी के मंत्री के ऊपर एफआईआर रजिस्टर हो गई है। मैं आपसे ये ਤਾਂ ਤੁਸੀਂ ਇਹ ਚਾਹੁੰਦੇ ਹੋ ਸਿਰਫ ਤੁਹਾਡੇ ਤੇ FIR ਹੋਵੇ ਬਈ। ਇਸ ਗੱਲ ਦਾ ਪ੍ਰਮਾਣ पंजाब के अंदर जो 2001 में जो 11 में जो सीनस वगैरह का हुआ था, लेकिन उसके बाद बढ़ोतरी हुई नहीं हुई, मैं आपको ਕਿੰਨੀ ਕੁ ਬੜੋਤਰੀ ਹੋਈ ਤੁਹਾਡੇ ਹਿਸਾਬ ਤੇ? ਜੇ ਤੁਸੀਂ ਕਹਿੰਦੇ ਹੋ ਕਿ ਤੁਸੀਂ ਪ੍ਰਚਾਰ ਕਰ ਰਹੇ ज्यादा से ਹੋ, ज्यादा 2% हो गए होंगे। ਮਤਲਬ ਤੁਸੀਂ ਕਹਿ ਰਹੇ ਹੋ 3%
ਤੇ ਤੁਹਾਨੂੰ ਪਤਾ ਹੈ ਕਿ ਇਸਲਾਮ ਤੇ ਕ੍ਰਿਸਚੀਅਨਸ ਦਾ ਰੌਲਾ ਜਿਹੜਾ ਸ਼ੁਰੂ ਤੋਂ ਰਿਹਾ, ਪਰ ਮੈਂ ਇੰਨਾ ਜ਼ਰੂਰ ਕਹਿਣਾ ਚਾਹੂੰਗਾ ਕਿ ਇਹ ਸਾਜ਼ਿਸ਼ਾਂ ਜ਼ਰੂਰ ਕੀਤੀਆਂ ਜਾ ਰਹੀਆਂ। ਜਿਵੇਂ ਦੀਆਂ ਜੜ੍ਹਾਂ ਨੂੰ ਨਾ ਭੁੱਲੋ, ਠੀਕ ਹੈ। ਸਹੀ ਕੀ ਹੈ ਤੇ ਗਲਤ ਕੀ ਹੈ ਉਹਦਾ ਫੈਸਲਾ ਕਰੋ, ਠੀਕ ਹੈ। ਜੇਕਰ ਤੁਹਾਡੇ ਸ਼ਹਿਰ 'ਚ ਇਦਾਂ ਦੇ ਕਲੇਮ ਹੋ ਰਹੇ ਹੈ ਤਾਂ ਜਿਨ੍ਹਾਂ ਨੂੰ ਵਾਕਈ ਲੋੜ ਹੈ ਨਾ, ਜਿਹੜੇ ਵਾਕਈ ਪਿਛਲੇ 20 ਸਾਲਾਂ ਤੋਂ ਵੀਲ ਚੇਅਰਾਂ 'ਤੇ ਬੈਠੇ ਹੈ, ਉਹਨਾਂ ਨੂੰ ਲੈ ਕੇ ਜਾਓ, ਉਹਨਾਂ ਨੂੰ ਕਹੋ ਜੀ ਕਰੋ, ਠੀਕ ਕਰੋ ਇਹਨਾਂ ਨੂੰ। ਸੋ ਇਹ ਸੀ ਗਾਈਜ਼ ਅੱਜ ਦੀ ਇੱਕ ਵੀਡੀਓ। ਮੇਰੇ ਖਿਆਲ ਕਾਫੀ ਲੰਬੀ ਵੀਡੀਓ ਹੋ ਗਈ ਹੈ। ਤੁਸੀਂ ਥੱਲੇ ਕਮੈਂਟ ਕਰਕੇ ਆਪਦੀ ਕੀਮਤੀ ਰਾਏ ਦਾ ਇਜ਼ਹਾਰ ਜ਼ਰੂਰ ਕਰਿਓ। ਜੇ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਇੱਕ ਜੋ ਸਾਡਾ ਸ਼ਾਂਤਮਈ ਮਾਹੌਲ ਰਵੇ ਤੇ ਸਭ ਕੁਝ ਔਨ ਦਾ ਟਰੈਕ ਰਵੇ, ਤਾਂ ਪਲੀਜ਼ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ, ਤਾਂ ਜੋ ਜਿਹੜੇ ਮੇਰੇ ਕ੍ਰਿਸਚੀਅਨ ਵੀਰ ਹੈ, ਜਿਹੜੇ ਮੇਰੇ ਵਾਕਈ ਜਿਹੜੇ ਬਾਈਬਲ ਨੂੰ ਮੰਨਦੇ ਹੈ ਤੇ ਜਿਹੜੇ ਜੋ ਜੀਸਸ ਨੂੰ ਮੰਨਦੇ ਹੈ, ਉਹਨਾਂ ਨੂੰ ਵੀ ਪਤਾ ਹੈ ਕਿ ਇਹ ਚੀਜ਼ਾਂ ਬੇਬੁਨਿਆਦੀ ਨੇ, ਇਹ ਪਖੰਡਵਾਦ ਹੈ, ਇਹ ਵਹਿਮ ਭਰਮ ਹੈ ਜਿਹਦੇ ਵਿੱਚ ਕ੍ਰਿਸਚੈਨਿਟੀ ਦੇ ਜ਼ਰੀਏ ਪਾਇਆ ਜਾ ਰਿਹਾ। ਸੋ ਖੁਦ ਮੈਂ ਜੇ ਮੈਨੂੰ ਉਹ ਵੀਡੀਓ ਕਲਿੱਪ ਮਿਲੀ ਤਾਂ ਮੈਂ ਤੁਹਾਨੂੰ ਪਿੱਛੇ ਐਂਡ 'ਤੇ ਉਹ ਅਟੈਚ ਕਰਦਾ, ਜਿਹਦੇ ਵਿੱਚ ਖੁਦ ਕ੍ਰਿਸਚੈਨਿਟੀ ਦੇ ਜੋ ਸਕੋਲਰਸ ਨੇ ਉਹ ਇਹਨਾਂ ਚੀਜ਼ਾਂ ਨੂੰ ਡਿਨਾਈ ਕਰ ਰਹੇ ਹੈ ਕਿ ਇਹੋ ਜਿਹਾ ਕ੍ਰਿਸਚੈਨਿਟੀ ਵਿੱਚ ਇਹਨਾਂ ਚੀਜ਼ਾਂ ਦੀ ਕੋਈ ਥਾਂ ਨਹੀਂ। ਮਿਲਦੇ ਹਾਂ ਅਗਲੀ ਵੀਡੀਓ 'ਚ। ਸਤਿ ਸ਼੍ਰੀ ਅਕਾਲ।